तू मेरे गुरु के प्यारे। आए मिल गुरसिख आए मिल, आए मिल। आए मिल गुरसिख आए मिल तू मेरे गुरु के प्यारे प्रोग्राम लैके दास दविंदर सिंह सोढी हाजिर है। वाहिगुरु जी का खालसा वाहिगुरु जी की फतेह। साडी दिली इच्छा हुंदी है इस प्रोग्राम विच असीं तुहानूं उन्हां महान शख्सियतां नाल मिलाईए जिन्हां ने गुरमत दे प्रचार ते प्रसार हित अपना बुड़बुला योगदान पाया है। अज साडे विच सरदार जगवीर सिंह जी कनेडा तो, जिन्हां दा गुरमत नाल गूढ़ा प्यार है। कनेडा तो इंडिया विच आ गए इस करके भी नौजवान बच्चे बच्चियां जिथे गुरमत की पढ़ाई लैन उत्थे दुनियावी चोखी पढ़ाई करके चंगे अहुदियां ते पहुँच जाण ते अपना पूरा जीवन इस सेवा विच ला दिता। ऐसी महान शख्सियत नाल मैं तुहाडी अज सांझ पा रहा। भाई साहब जी वाहिगुरू जी का खालसा वाहिगुरू जी की फतेह। बहुत खुशी हुई तुसी साडे इस प्रोग्राम विच आए। बहुत सारियां गुरु घर विच सेवावां ने होणियां चाहीदियां ने, वखरियां वखरियां सेवावां ने, पर यह भी एक वखरे तरीके की सेवा है जिहड़ी तुसी निभा रहे हो। भांडे मांजणे, झाड़ू देना, दरियां झाड़नियां, गुरुद्वारे की टहल सेवा, वो भी सेवावां ने, पर एक तुहाडी वखरी सेवा है भी ਜਿਹੜੇ ਸਾਡੇ नौजवान बच्चे बच्चियां ने चंगी पढ़ाई करके ਉੱਚੇ ਅਹੁਦਿਆਂ ਤੇ चले जाण। इस पासे ਨੂੰ ਤੁਸੀਂ ਕਿਵੇਂ ਪ੍ਰੇਰਿਤ ਹੋਏ? ਤੁਹਾਡਾ ਕਿਵੇਂ ਮਨ ਬਣਿਆ ਮੈਂ ਇੰਡੀਆ ਵਿੱਚ ਜਾ ਕੇ ਆਪਣੇ ਭੈਣਾਂ ਤੇ ਵੀਰਾਂ ਦੀ ਚਿੰਤਾ ਕਰਾਂ, ਸੇਵਾ ਲੈ ਸਕਾਂ? ਸਿੰਘ ਸਾਹਿਬ, ਸਭ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਨੂੰ ਫੇਰ ਗੁਰੂ ਦੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਆਪਾਂ हर सिख रोजाना 2 वक्त की अरदास जिहड़ी पंथक अरदास है जी जी असी करते हैं कि सही नेमी प्यारे मिल जिन मिलिया तेरा नाम चित्ते आवे। जी जी गुरु साहब की बख्शिश हुंदी है, रहमत हुंदी है। वो अरदास पूरी होवे ते कोई ऐसे गुरसिख दे नाल प्यार बनदा है जी। गुर शब्द दे राही गुरु दा ओट आसरा लैंदियां होयां जद असी उन्हां गुरसिखां दी संगत करिए तां सानूं ऐसियां ही बख्शिशां उहदे चों सेवा, पंथ दी सेवा ਤੇ ਨਾਮ ਸਿਮਰਨ ਦੀ ਬੰਦਗੀ ਜੋ ਵੀ ਸਤਿਗੁਰੂ ਦੇ ਘਰ ਚੋਂ ਮਿਲਦੀਆਂ ਨੇ ਦਾਤਾਂ ਜੀ, ਉਹਦੇ ਚੋਂ ਦਾਸ ਦੇ ਸਿਰ ਤੇ ਵੀ ਇਹ ਰਹਿਮਤ ਭਰਿਆ ਹੱਥ ਪਾਤਸ਼ਾਹ ਦਾ ਆਇਆ ਜਦ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਜੀ ਸਾਡੇ ਪੰਥ ਰਤਨ ਜੀ ਜਦ ਕੈਨੇਡਾ ਦੀ ਫੇਰੀ ਤੇ ਪਹਿਲੀ ਵਾਰ 2004 ਦੇ ਵਿੱਚ ਗਏ ਆ ਜੀ ਜੀ। ਉਸ ਸਮੇਂ ਅਸੀਂ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਜੋ ਉੱਥੇ ਪੰਥਕ ਸੇਵਾਵਾਂ ਸੀ ਨਿਭਾ ਰਹੇ ਸੀ ਜੀ ਜੀ। ਕੈਨੇਡਾ ਦੀ ਧਰਤੀ ਤੇ ਸਭ ਤੋਂ ਪਹਿਲੀ ਵਾਰ ਅੰਗੀਠਾ ਸਾਹਿਬ ਦੀ ਸੇਵਾ संगत के तौर पर दास को गुरु साहब की कृपा सदका मिली। उस तो बाद जिहड़ा असी समर कैंप सीगे बच्चों के वो लगाते सी अपने जिहड़े बच्चे सी उन्हां नूं जोड़न वास्ते, क्योंकि उत्थों का जिहड़ा माहौल है स्कूलों का ਉਹਦੇ ਵਿੱਚ ਜੋ ਬੱਚੇ ਸਾਡੇ ਪੜ੍ਹ ਕੇ ਆਉਂਦੇ ਜਾਂ ਜਿਸ ਤਰੀਕੇ ਦੇ ਮਾਹੌਲ 'ਚ ਰਹਿੰਦੇ ਸੀ ਉਹਨੂੰ ਬੈਲੈਂਸ ਕਰਨ ਵਾਸਤੇ ਮਾਪਿਆਂ ਦਾ ਫਰਜ਼ ਹੈ ਘਰਾਂ ਦੇ ਵਿੱਚ ਸਮਾਂ ਦੇ ਕੇ ਤਾਂ ਬੱਚਿਆਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਔਰ ਆਪਣੇ ਵਿਰਸੇ ਨਾਲ ਆਪਣੇ ਧਰਮ ਦੇ ਨਾਲ ਜੋੜਿਆ ਜਾ ਸਕੇ। ਅਸੀਂ ਸਮਰ ਕੈਂਪ ਦਾ ਪ੍ਰੋਗਰਾਮ ਬਣਾਉਂਦੇ ਸੀਗੇ ਕਿ ਜਦ ਸਾਡੇ ਸਾਰੇ ਸਿੱਖਾਂ ਦੇ ਬੱਚੇ ਜਿਹੜੇ ਸੀਗੇ ਆਪਣੇ ਗੁਰਸਿੱਖ ਪਰਿਵਾਰਾਂ ਦੇ ਬੱਚੇ ਉਹਨਾਂ ਨੂੰ ਲੈ ਕੇ ਇੱਕ ਪ੍ਰੋਗਰਾਮ ਤਿਆਰ ਕਰਨਾ। ਇਹ ਸੇਵਾਵਾਂ ਨਿਭਾਉਂਦਿਆਂ ਵੀਰ ਜੀ ਦੇ ਨਾਲ ਸੰਗਤੀ ਤੌਰ ਤੇ 2-3 ਵਾਰ ਮੇਰੀਆਂ ਵਿਚਾਰਾਂ ਹੋਈਆਂ ਜੀ ਕਿ ਅਸੀਂ ਕੁਝ ਐਸਾ ਕਰਨਾ ਚਾਹੁੰਦੇ ਹਾਂ ਕੋਈ ਜਿਹਦੀ ਅੱਛੀ ਆਊਟਪੁੱਟ ਨਿਕਲੇ ਜੀ ਕਿ ਜਿਹਦੇ ਨਾਲ ਪੰਥ ਦੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਇਹ ਸਾਡੀ ਪੈਰਾਂ ਤੇ ਸਟੈਂਡ ਹੋਵੇ। ਔਰ ਅਸੀਂ ਜੋ ਵੀਰ ਜੀ ਦਾ ਹਰ ਸਟੇਜ ਤੇ ਹਰ ਸਮੇਂ ਇੱਕੋ ਹੀ ਹੋਕਾ ਹੁੰਦਾ ਸੀ ਕਿ ਗੁਰਸਿੱਖ ਡਾਕਟਰ ਬਣੇ, ਗੁਰਸਿੱਖ ਇੰਜੀਨੀਅਰ ਬਣੇ। ਉਸ ਚੀਜ਼ ਦੀ ਜਿਹੜੀ ਪੂਰਤੀ ਕਰਨ ਵਾਸਤੇ ਕੋਈ ਐਸਾ ਕੰਮ ਕਰਨਾ ਚਾਹੁੰਦੇ ਸੀ ਜਿਹਦੇ ਨਾਲ ਕੋਈ ਰਿਜ਼ਲਟਸ ਮਿਲਣ ਕੌਮ ਨੂੰ ਜੀ। ਉਹਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਹੋਈ, ਵੀਰ ਜੀ ਨੇ ਧਿਆਨ ਨਾਲ ਸਰਵਣ ਕੀਤਾ, ਸੁਣੀ ਗਏ, ਕਾਫੀ ਵਾਰ ਵਿਚਾਰਾਂ ਹੋਈਆਂ ਜੀ। ਅਖੀਰ ਇੱਕ ਸਮੇਂ ਐਸਾ ਸਮਾਂ ਆਇਆ ਜਦ ਗੁਰੂ ਸਾਹਿਬ ਦੀ ਬਖਸ਼ਿਸ਼ ਹੋਣੀ ਸੀ, ਵੀਰ ਜੀ ਦੀ ਅਰਦਾਸ ਸੰਗਤੀ ਤੌਰ ਤੇ ਵੀਰ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਜਗਬੀਰ ਸਿੰਘ ਇੱਕ ਬਹੁਤ ਵੱਡਾ ਸਕੂਲ ਚਾਲੂ ਕਰਨਗੇ ਔਰ ਪੰਥ ਦਾ ਮਹਾਨ ਸਕੂਲ ਹੋਏਗਾ ਜਿੱਥੋਂ
ਕੌਮ ਦੇ ਹੀਰੇ ਬਣ ਕੇ ਨਿਕਲਣਗੇ। ਜੀ ਜੀ। ਔਰ ਮੈਂ ਉਸ ਸਮੇਂ ਬਿਲਕੁਲ ਵੀ ਇਹ ਨਹੀਂ ਸੀ ਜਾਣਦਾ ਕਿ ਇਹ ਸ਼ਬਦ ਮੇਰੇ ਵਾਸਤੇ ਕਹੇ ਜਾ ਰਹੇ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਮੇਰਾ ਨਾਮ ਨਹੀਂ ਕਿਸੇ ਹੋਰ ਸਿੱਖ ਦਾ ਨਾਮ ਲਿਆ ਗਿਆ, ਕਿਉਂਕਿ ਇਹ ਐਸੀ ਗੱਲ ਸੀ ਜਿਹਦੇ ਵਾਸਤੇ ਬਹੁਤ ਕੁਝ ਸਮਰਪਿਤ ਕਰਨਾ ਪੈਣਾ ਸੀਗਾ। ਇਹ ਟੋਰਾਂਟੋ ਵਿੱਚ ਹੀ ਭਾਈ ਸਾਹਿਬ ਉਹਨਾਂ ਨੇ ਬਚਨ ਕੀਤੇ? ਬਿਲਕੁਲ ਜੀ, ਟੋਰਾਂਟੋ ਵੀਰ ਜੀ ਦੀ ਲਾਸਟ ਫੇਰੀ ਦੇ ਬਚਨ ਹੋਏ ਆ। ਅੱਛਾ। 2007 ਦੇ ਵਿੱਚ 6 ਦੇ ਵਿੱਚ ਵੀਰ ਜੀ ਲਾਸਟ ਫੇਰੀ ਸੀ। ਉਸ ਤੋਂ ਬਾਅਦ ਵੀਰ ਜੀ ਚੜ੍ਹਾਈ ਕਰ ਗਏ ਸੀ। ਜੀ ਜੀ। 2006 ਦੇ ਵਿੱਚ ਹੀ ਉਸ ਸਮੇਂ ਜਦ ਸੰਗਤੀ ਤੌਰ ਤੇ ਬਚਨ ਹੋਏ ਤਾਂ ਦਾਸ ਨੂੰ ਇਹ ਮਹਿਸੂਸ ਹੋ ਰਿਹਾ ਸੀਗਾ ਕਿ ਮੈਂ ਮਤਲਬ ਆਮ ਦੁਨੀਆ 'ਚ ਨਹੀਂ ਰਹਿ ਰਿਹਾ। ਜੀ। ਔਰ ਇਸ ਤਰੀਕੇ ਨਾਲ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਕੁਝ ਸਪੈਸ਼ਲ ਫਰਮਾਨ ਮੇਰੇ ਲਈ ਹੋ ਰਿਹਾ। ਜੀ ਜੀ। ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ, ਵੀਰ ਜੀ ਦੇ ਹਿਰਦੇ 'ਚੋਂ ਅਰਦਾਸ ਹੋਈ ਔਰ ਸਮਾਂ ਬਣ ਗਿਆ। ਜੀ ਜੀ। ਮੈਂ ਆਪਣੀ ਸਿੰਘਣੀ ਨਾਲ ਗੱਲ ਕੀਤੀ, ਅਰਦਾਸਾ ਕੀਤਾ ਪਾਤਸ਼ਾਹ ਦੇ ਚਰਨਾਂ 'ਚ ਕਿ ਅਸੀਂ ਪਹਿਲੀ ਚੀਜ਼ ਹੈ, ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਉਹ ਫੇਲ ਇੱਥੋਂ ਕਈ ਵਾਰ ਹੋ ਜਾਂਦੀਆਂ ਨੇ ਕਿ ਜਦ ਅਸੀਂ ਭੇਟਾ ਦੇ ਉੱਤੇ ਨਿਰਭਰ ਹੋ ਜਾਂਦੇ ਹਾਂ। ਜੀ ਜੀ। ਕਿ ਸਾਨੂੰ ਸੇਵਾ ਇਕੱਤਰ ਕਰਾਂਗੇ, ਇਕੱਤਰ ਕਰਕੇ ਉਹ ਪੈਸੇ ਨੂੰ ਲਗਾਵਾਂਗੇ। ਜੀ ਜੀ। ਔਰ ਜਦੋਂ ਫਿਰ ਈਜ਼ੀ ਮਨੀ ਆਉਣ ਲੱਗ ਪੈਂਦੀ ਉਹਦੇ 'ਚ ਸਾਡੀਆਂ ਪ੍ਰੋਬਲਮਸ ਵੀ ਕ੍ਰੀਏਟ ਹੋ ਜਾਂਦੀਆਂ। ਮੈਂ ਆਪਣੀ ਸਿੰਘਣੀ ਨਾਲ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ। ਥੋੜੇ ਸਮੇਂ ਬਾਅਦ ਉਦੋਂ ਵੀਰ ਜੀ ਚੜ੍ਹਾਈ ਕਰ ਚੁੱਕੇ ਸੀਗੇ ਜੀ 2006 ਦੇ ਵਿੱਚ ਹੀ। ਤਾਂ ਸਮਾਂ ਇੱਕਦਮ ਇਸ ਰਫ਼ਤਾਰ 'ਚ ਆ ਗਿਆ, ਅਰਦਾਸ ਇੰਨੀ ਜਲਦੀ ਪੂਰੀ ਹੋਈ। 2007 'ਚ ਫੈਬਰਵਰੀ ਦੇ ਵਿੱਚ ਅਸੀਂ ਦੋਵਾਂ ਹਸਬੈਂਡ ਵਾਈਫ ਨੇ, ਅਸੀਂ ਦੋਵਾਂ ਜੀਆਂ ਨੇ ਅਰਦਾਸ ਕਰਕੇ ਪਾਤਸ਼ਾਹ ਦੇ ਚਰਨਾਂ 'ਚ ਦੋ ਚੀਜ਼ਾਂ ਮੰਗੀਆਂ ਜੀ। ਇੱਕ, ਸਤਿਗੁਰੂ ਸਾਨੂੰ ਅਸੀਂ ਕਿਸੇ ਦੇ ਕੋਲੋਂ ਸੇਵਾ ਲੈ ਕੇ ਦਸਵੰਧ ਦੀ ਸੇਵਾ 'ਚੋਂ ਕੋਈ ਵੀ ਕਾਰਜ ਨਹੀਂ ਕਰਨਾ ਜੀ, ਕੋਈ ਵੀ ਕਿਸੇ ਤਰੀਕੇ ਦੀ ਡੋਨੇਸ਼ਨ ਨਹੀਂ ਲੈਣੀ ਜੀ, ਜੋ ਕਰਨਾ ਹੈ ਆਪਣੀ ਦਸਾਂ ਨੌਂ ਦੀ ਕਿਰਤ ਨਾਲ ਕਰਨਾ ਹੈ ਜੀ ਜੀ ਜੀ। ਦੂਸਰਾ ਕਿ ਸਾਡਾ ਸੀਸ ਅਗਰ ਝੁਕੇ ਤਾਂ ਸਿਰਫ ਕਿਸੇ ਗੁਰਸਿੱਖ ਅੱਗੇ ਝੁਕੇ, ਤੁਹਾਡੇ ਅੱਗੇ ਝੁਕੇ, ਕਿਸੇ ਬੇਗੁਰਮੁਖੀ ਅੱਗੇ, ਬੇਗੁਰਮਤ ਵਾਲੇ ਦੇ ਅਗਲੇ ਪਾਸੇ ਸਾਡਾ ਸੀਸ ਨਾ ਝੁਕਣ ਦੇਣਾ। ਬਹੁਤ ਵਧੀਆ ਗੱਲ। ਇਹ ਦੋ ਪਾਤਸ਼ਾਹ ਕੋਲੋਂ ਅਸੀਂ ਦਾਤ ਲੈ ਕੇ ਅਸੀਂ ਬਹੁਤ ਹੀ ਜਲਦੀ ਵਾਈਂਡ ਅਪ ਕੀਤਾ। ਮੈਂ ਆਪਣੀ ਸਿੰਘਣੀ ਨਾਲ ਵਿਚਾਰ ਕਰਕੇ ਉਹਨਾਂ ਦਾ, ਮੇਰੀ ਵਾਈਫ ਦਾ ਟੋਟਲ ਪਰਿਵਾਰ ਜਿਹੜਾ ਹੈ ਕੈਨੇਡਾ 'ਚ ਸੈਟਲ ਹੈ ਪਿਛਲੇ 35-40 ਸਾਲ ਤੋਂ ਜੀ। ਉਹਨਾਂ ਦਾ ਬਹੁਤ ਵੱਡਾ ਯੋਗਦਾਨ ਕਿ ਆਪਣਾ ਸਾਰਾ ਪਰਿਵਾਰ ਨੂੰ ਛੱਡ ਕੇ ਉਹ ਮੇਰੇ ਨਾਲ ਇਸ ਮਿਸ਼ਨ ਦੇ ਵਿੱਚ ਚੱਲ ਪਏ ਜੀ ਜੀ। ਬੱਚੇ ਛੋਟੇ ਸੀ, ਬੱਚੇ ਮੇਰਾ ਵੱਡੀ ਬੇਟੀ ਜਿਹੜੀ ਸੀ ਉਸ ਟਾਈਮ ਤੇ 9 ਸਾਲ ਦੀ ਸੀ ਜੀ ਜੀ। ਉਹ ਸਾਨੂੰ ਇਹ ਵੀ ਬੈਨੀਫਿਟ ਸੀਗਾ ਕਿ ਜੇ ਬੱਚੇ ਵੱਡੇ ਹੋ ਗਏ ਤਾਂ ਫਿਰ ਸ਼ਾਇਦ ਇਹ ਵਾਪਸ ਇੰਡੀਆ ਨਾ ਜਾਣ ਜੀ ਜੀ। ਉਹ ਪਾਤਸ਼ਾਹ ਦੀ ਰਹਿਮਤ ਹੋਈ ਜੀ। ਅਸੀਂ ਫਿਰ ਸਮਾਂ ਬਣਾ ਕੇ 2007 ਵਿੱਚ ਆਣ ਕੇ ਆਪਣਾ ਘਰ ਵੇਚਿਆ ਸਭ ਤੋਂ ਪਹਿਲਾਂ ਕੈਨੇਡਾ 'ਚ, ਕਿ ਸਾਨੂੰ ਪਿੱਛੇ ਮੁੜਨ ਦਾ ਕੋਈ ਆਸਰਾ ਰਹਿ ਨਾ ਜਾਏ। ਬਿਜ਼ਨਸ ਸੀ, ਬਿਜ਼ਨਸ ਰੱਖ ਲਿਆ, ਉਹਨੂੰ ਲੀਜ਼ ਤੇ ਕੀਤਾ। ਗੁਰਸਿੱਖ ਮੇਰੇ ਭਰਾ ਸੀ ਉੱਥੇ, ਉਹਨਾਂ ਨਾਲ ਮੈਂ ਉਹਨਾਂ ਕੋਲ ਹੈਲਪ ਲਈ ਕਿ ਥੋੜਾ ਟਾਈਮ ਮੇਰਾ ਬਿਜ਼ਨਸ ਚਲਾਉਣ ਜਦ ਤੱਕ ਸੇਲ ਨਹੀਂ ਹੁੰਦਾ ਜੀ। ਇਸ ਤਰੀਕੇ ਦੇ ਨਾਲ ਅਸੀਂ 2007 'ਚ ਆਏ ਹਾਂ ਔਰ ਪਾਤਸ਼ਾਹ ਦੀ ਰਹਿਮਤ ਸਦਕਾ ਅੱਜ ਤੱਕ ਕੋਈ ਐਸੀ ਛਿਨ, ਐਸੀ ਘੜੀ ਨਹੀਂ ਆਈ ਜਦ ਅਸੀਂ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਕੀਤਾ ਹੋਵੇ। ਫਿਰ ਤੁਸੀਂ ਉੱਥੇ ਜਿਵੇਂ ਗੁਰੂ ਮਹਾਰਾਜ ਜੀ ਨੇ ਤੁਹਾਡੇ ਤੋਂ ਐਡੀ ਵੱਡੀ ਸੇਵਾ ਲੈਣੀ ਸੀ, ਪਰ ਤੁਹਾਡੇ ਹਿਰਦੇ ਅੰਦਰ ਵੀ ਪਿਆਰ ਸੀ, ਕਿਉਂਕਿ ਕੋਈ ਵੀ ਕਾਰਜ ਕਰਨਾ ਉਹਦੇ ਲਈ ਸਾਨੂੰ ਪੈਸੇ ਦੀ ਬਹੁਤ ਲੋੜ ਹੈ। ਤੇ ਇਹ ਵੀ ਤੁਸੀਂ ਮਨ ਬਣਾ ਲਿਆ ਵੀ ਕਿਸੇ ਕੋਲੋਂ ਲੈ ਕੇ, ਬੇਸ਼ੱਕ ਦਸਵੰਧ ਲੈ ਕੇ ਕਾਰਜ ਕਰ ਸਕਦੇ ਹਾਂ, ਪਰ ਏਡੂ ਵੀ ਉੱਚੀ ਤੁਸੀਂ ਸੋਚ ਬਣਾਈ ਵੀ ਕਿਸੇ ਦਾ ਦਸਵੰਧ ਲੈ ਕੇ ਵੀ ਨਹੀਂ ਕਾਰਜ ਕਰਨਾ। ਆਪਣਾ ਘਰ ਵੇਚਿਆ ਤੇ ਤੁਸੀਂ ਇੰਡੀਆ ਆ ਗਏ। ਤੇ ਇੱਥੇ ਆ ਕੇ ਫਿਰ ਤੁਸੀਂ ਕਿਹੜਾ ਕਾਰਜ ਕੀਤਾ, ਕਿਵੇਂ ਸੇਵਾ ਆਰੰਭੀ? ਕਾਰਜ ਵੀਰ ਜੀ ਉਹੀ ਜੋ ਵੀਰ ਜੀ ਨੇ ਅਰਦਾਸ ਕੀਤੀ ਸੀ ਕਿ ਇੱਕ ਬਹੁਤ ਮਹਾਨ ਸਕੂਲ, ਐਸਾ ਸਕੂਲ ਅਸੀਂ ਚਾਹੁੰਦੇ ਸੀ ਜਿੱਥੇ ਸਾਡੇ ਬੱਚੇ ਬਹੁਤ, ਹਰੇਕ ਪਰਿਵਾਰ ਦੀ ਅੱਜ ਸੋਚ ਹੈ ਕਿ ਮੇਰਾ ਬੱਚਾ ਜਿਹੜਾ ਹੈ ਉਹ ਬੈਸਟ ਐਜੂਕੇਸ਼ਨ ਲਵੇ ਜੀ ਜੀ। ਔਰ ਮੇਰੇ ਬੱਚਾ ਜਿਹੜਾ ਉਹ ਰੁਲੇ ਨਾ, ਕੱਲ ਨੂੰ ਜੌਬ ਲੈਣ ਵਾਸਤੇ ਦਰ ਤੈਨੂੰ ਜਾਣਾ ਨਾ ਪਏ ਜੀ। ਅਗਰ ਬਿਜ਼ਨਸ ਵੀ ਕਰਨਾ ਹੈ ਤੇ ਉਹ ਪਰਫੈਕਟਲੀ ਆਪਣੇ ਬਿਜ਼ਨਸ ਦੇ ਕਾਬਲ ਹੋਣੇ ਚਾਹੀਦੇ ਆ, ਪ੍ਰੋਫੈਸ਼ਨਲੀ, ਕਿਉਂ ਅੱਜ ਕੱਲ ਹਰ ਚੀਜ਼ ਟੈਕਨੀਕਲੀ ਔਰ ਪ੍ਰੋਫੈਸ਼ਨਲੀ ਹੈਂਡਲ ਹੁੰਦੀ ਹੈ, ਚਾਹੇ ਛੋਟੇ ਤੋਂ ਛੋਟਾ ਬਿਜ਼ਨਸ ਵੀ ਆਪਾਂ ਹੈਂਡਲ ਕਰਨਾ ਹੋਵੇ। ਈਵਨ ਪ੍ਰਚਾਰ ਵੀ ਸਾਡਾ ਸਿੱਖ ਪੰਥ ਦਾ ਅੱਜ ਜਿਹੜਾ ਗੁਰਸਿੱਖਾਂ ਦੇ ਹੱਥ ਜਿਹੜੇ ਪੜ੍ਹੇ ਲਿਖੇ ਬੱਚੇ ਨੇ, ਜਿਹਦਾ ਆਪ ਜੀ ਦਾ ਜੋ ਐਜੂਕੇਟਡ ਕਿਤੇ ਵੀ ਬੈਠੇ ਹੋਏਗਾ ਗੁਰਸਿੱਖ, ਉਹਦਾ ਪ੍ਰਚਾਰ ਜਿਹੜਾ ਉਹਦਾ ਤਰੀਕਾ ਅਲੱਗ, ਉਹਦੀ ਆਊਟਪੁੱਟ ਵੀ ਅਲੱਗ ਹੋਏਗੀ। ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਣਾ ਸਿੱਖ ਸਰਦਾਰ ਉੱਚੇ ਅਹੁਦੇ ਤੇ ਤੁਹਾਨੂੰ ਮਿਲਦਾ। ਬਿਲਕੁਲ ਜੀ, ਕਿਉਂਕਿ ਅਸੀਂ ਇੱਕ ਪਰਿਵਾਰ ਹੈ, ਮਹਾਰਾਜ ਨੇ ਸਾਨੂੰ ਇਹੋ ਜਿਹੀ ਮੱਤ ਸਮੱਤ ਦਿੱਤੀ ਹੈ। ਤੁਸੀਂ ਉਸ ਪਰਿਵਾਰ ਦੀ ਚਿੰਤਾ ਲਈ ਬਿਲਕੁਲ ਜੀ ਫਿਰ ਇੱਥੇ ਆ ਕੇ ਜਿਹੜਾ ਉਹ ਕਾਰਜ ਨੰਬਿਆ, ਸਕੂਲ ਦਾ ਆਰੰਭ ਕੀਤਾ ਜੀ। ਹਾਂਜੀ, ਉਸ ਸਕੂਲ ਦਾ ਫਿਰ ਕੀ ਨਾਂ ਰੱਖਿਆ ਜੀ? ਇਸ ਸਕੂਲ ਦਾ ਨਾਮ ਅਸੀਂ ਉੱਚੀ ਸੋਚ ਤੇ ਸੁੱਚੀ ਸੋਚ ਨਾਲ ਰੱਖਣਾ ਚਾਹੁੰਦੇ ਸੀ ਕਿ ਇੱਕ ਤੇ ਕਿਸੇ ਵੀ ਗੁਰੂ ਸਾਹਿਬਾਨ ਦੇ ਨਾਮ ਤੇ ਜਾਂ ਕਿਸੇ ਸਾਹਿਬਜ਼ਾਦਾ ਨਾਮ ਤੇ ਨਹੀਂ ਰੱਖਣਾ ਚਾਹੁੰਦੇ ਸੀ।
ਅਸੀਂ ਚਾਹੁੰਦੇ ਸੀ ਕਿ ਵਿਲ ਪਾਵਰ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ, ਉਸੇ ਨਾਮ ਦੇ ਨਾਲ ਹੀ ਸਕੂਲ ਹੋਏਗਾ ਔਰ ਚੜ੍ਹਦੀ ਕਲਾ ਦਾ ਹੀ ਹਰ ਸਮੇਂ ਹਰ ਸੈਕਿੰਡ ਸਾਡੇ ਅੰਦਰ ਜਿਹੜਾ ਹੈ ਉਹ ਜਜ਼ਬਾ ਰਹੇਗਾ। ਇਹਦਾ ਨਾਮ ਅਸੀਂ ਰੱਖਿਆ ਇੰਟਰਨੈਸ਼ਨਲ ਫਤਿਹ ਅਕੈਡਮੀ, ਜੋ ਕਿ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ 13 ਕਿਲੋਮੀਟਰ ਪਹਿਲਾਂ ਸਥਿਤ ਹੈ। ਔਰ ਉਹਦਾ ਫਿਰ ਸਾਡਾ ਮਿਸ਼ਨ ਸੀ ਕਿ ਜਿਸ ਤਰੀਕੇ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਨੇ ਬਹੁਤ ਵੱਡਾ ਯੋਗਦਾਨ ਪਾਇਆ ਸਾਡੇ ਪੰਥ ਦੀ ਚੜ੍ਹਦੀ ਕਲਾ ਵਾਸਤੇ, ਚੰਗੇ ਡਾਕਟਰਸ ਚੰਗੇ ਵਿਦਵਾਨ ਸਾਨੂੰ ਪੈਦਾ ਕਰਕੇ ਦਿੱਤੇ, ਅਸੀਂ ਉਹ 100 ਸਾਲ ਦੀ ਹਿਸਟਰੀ ਜਿਹੜੀ ਸੀ ਉਹਨੂੰ ਦੁਬਾਰਾ ਦੁਹਰਾਉਣਾ ਚਾਹੁੰਦੇ ਸੀ। ਉਸੇ ਤਰ੍ਹਾਂ ਦੀ ਫਿਰ ਬਿਲਡਿੰਗ ਅਸੀਂ ਖਾਲਸਾ ਕਾਲਜ ਵਰਗਾ ਥੋੜਾ ਵਿਊ ਲਿਆ, ਇੱਕ ਨਾਲ ਸਾਨੂੰ ਪੰਥਕ ਵੀ ਲੱਗੇ ਔਰ ਨਾਲ ਸਾਡਾ ਜਿਹੜਾ ਪੁਰਾਣਾ ਵਿਰਸੇ ਦਾ ਜਿਹੜਾ ਇੱਕ ਸੀਗਾ ਪਾਤਸ਼ਾਹ ਦੀ ਕਿਰਪਾ ਨਾਲ ਕਿ ਸਿੱਖ ਜਿਹੜਾ ਉਹ ਦੁਨੀਆ ਦਾ ਸਭ ਤੋਂ ਅਮੀਰ ਵੀ ਹੈ, ਉਹਦੇ ਕੋਲ ਸਭ ਸਰਦਾਰੀਆਂ ਨੇ। ਸੋ ਉਸ ਹੀ ਕਨਸੈਪਟ ਦੇ ਨਾਲ ਅਸੀਂ ਇਹੋ ਜਿਹੀ ਹੋਵੇ ਜਦੋਂ ਕੋਈ ਅੱਗੇ ਆ ਕੇ ਖਲੋਵੇ ਤੇ ਉਹਨੂੰ ਗੁਰੂ ਚਿੱਤ ਹੀ ਆਵੇ ਵੀ ਇਹ ਕੁਝ ਹੈ, ਕੁਝ ਇਸ ਤਰ੍ਹਾਂ ਦਾ। ਇਸੇ ਤਰ੍ਹਾਂ ਸੀ ਬਾਕੀ ਜਿਹੜੇ ਬੱਚੇ ਪੜ੍ਹ ਕੇ ਜਾਣਗੇ ਉਹ ਵੀ ਆਪਣਾ ਪ੍ਰਾਊਡ ਫੀਲ ਕਰਨ ਕਿ ਅਸੀਂ ਇਸ ਕਿਲੇ ਦੇ ਵਿੱਚੋਂ ਇਸ ਇਮਾਰਤ ਚੋਂ ਪੜ੍ਹ ਕੇ ਗਏ ਔਰ ਇਸ ਇੰਸਟੀਟਿਊਸ਼ਨ ਤੋਂ ਅਸੀਂ ਗੁਰੂ ਦੇ ਨਾਲ ਵੀ ਜੁੜੇ ਔਰ ਪੂਰੀ ਦੁਨੀਆ ਦੀ ਟੌਪ ਐਜੂਕੇਸ਼ਨ ਵੀ ਲਈ ਹੈ। ਉਹਦੇ ਵਿੱਚ ਹੁਣ ਜਿਵੇਂ ਤਿਆਰ ਹੋ ਗਿਆ ਸਕੂਲ ਤੁਹਾਡਾ, ਉਹਦੇ ਵਿੱਚ ਕਿੰਨਾ ਕੁ ਪ੍ਰਬੰਧ ਹੈ, ਕਿੰਨੇ ਕੁ ਕਮਰੇ ਨੇ, ਕਿੰਨੇ ਕੁ ਬੱਚੇ ਬੈਠ ਸਕਦੇ ਨੇ? ਸਾਡੇ ਕੋਲ ਵੀਰ ਜੀ ਕੋਈ ਟੋਟਲ ਜੋ ਸਟਰੈਂਥ ਹੈ ਅਸੀਂ ਮੈਕਸਿਮਮ 1300-1400 ਬੱਚਾ ਸਟਰੈਂਥ ਇਸ ਸਕੂਲ ਦੀ ਬਿਲਡਿੰਗ 'ਚ ਹੈਂਡਲ ਕਰ ਸਕਦੇ ਹਾਂ। ਪਰ ਪਾਤਸ਼ਾਹ ਦੀ ਬਹੁਤ ਰਹਿਮਤ ਹੈ ਕਿ ਅਸੀਂ ਨਾਲ ਹੋਰ ਵੀ ਸੈਟਅਪ ਕਰੀ ਜਾ ਰਹੇ ਹਾਂ। ਇੱਕ ਬਟਾਲਾ ਪੈਂਦਾ ਹੈ ਸਾਡਾ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ, ਉੱਥੇ ਵੀ ਅਸੀਂ ਜਗ੍ਹਾ ਲਈ ਹੈ ਦੂਜੀ ਬ੍ਰਾਂਚ ਚਾਲੂ ਕਰਨ ਵਾਸਤੇ। ਇਹਦੇ ਵਿੱਚ ਅਸੀਂ ਜੋ ਸਟਰੈਂਥ ਹੈ ਉਹਦੇ 'ਚ ਨਾਲ 125-150 ਬੱਚੇ ਦੀ ਸਟਰੈਂਥ ਰੱਖੀ ਹੈ ਹੋਸਟਲ ਵਾਲੇ ਬੱਚਿਆਂ ਵਾਸਤੇ। ਅੱਛਾ ਜੀ। NRIs ਪਰਿਵਾਰ ਜਿਹੜੇ ਪਿੱਛੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਦੀ ਸੋਚ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਆਪਣੇ ਧਰਮ ਵਿਰਸੇ ਨਾਲ ਜੁੜੇ ਰਹਿਣ ਤੇ ਚੰਗੀ ਐਜੂਕੇਸ਼ਨ ਲੈਣ, ਉਹਨਾਂ ਦੇ ਬੱਚੇ ਆਉਂਦੇ ਨੇ। ਬਾਕੀ ਸਾਡੇ ਲੋਕਲ ਵੀ ਅਸੀਂ ਆਪਣੇ ਸਿਟੀ ਤੋਂ ਵੀ ਤੇ ਬਾਕੀ ਪੂਰੇ ਇੰਡੀਆ ਤੋਂ ਕਿਤੋਂ ਵੀ ਬੱਚੇ ਅਸੀਂ ਸਿੱਖ ਪਰਿਵਾਰਾਂ ਦੇ ਬੱਚੇ ਬਾਹਰੋਂ ਅਸੀਂ ਲੈਣੇ ਸਾਰੇ। ਤੇ ਉਹਦੇ 'ਚ ਕਿਸ ਤਰ੍ਹਾਂ ਦੀ ਪੜ੍ਹਾਈ ਆ ਤੁਹਾਡੀ? ਆਪਾਂ ਕੀ ਪੜ੍ਹਾਉਂਦੇ ਉਹਦੇ ਵਿੱਚ? ਵੀਰ ਜੀ ਟੋਟਲ ਐਜੂਕੇਸ਼ਨ ਅਸੀਂ ICSE ਬੋਰਡ ਲਿਆ। ICSE ਬੋਰਡ ਦੇ ਵਿੱਚ ਸਾਡਾ ਮੇਨ ਮਿਸ਼ਨ ਸੀ ਕਿਉਂ ਅਸੀਂ CBSE ਨਹੀਂ ਲਿਆ, ICSE ਲਿਆ, ਕਿਉਂਕਿ ICSE ਵੀ ਕੈਂਬਰਿਜ ਯੂਨੀਵਰਸਿਟੀ ਲੰਡਨ ਨੇ 1958 ਦੇ ਵਿੱਚ ਸੈਟਲ ਕੀਤਾ ਸੀਗਾ ਇਹਦੇ 'ਚ ਇੰਡੀਆ 'ਚ, ਔਰ ਸਾਊਥ ਇੰਡੀਆ 'ਚ ਕਾਫੀ ਸਕੂਲਸ ਨੇ ਇਹਦੇ ਨਾਲ। ICSE ਦੇ ਵਿੱਚ ਸਾਨੂੰ ਜ਼ਿਆਦਾ ਜਿਹੜਾ NCERT ਦੀਆਂ ਬੁੱਕਸ ਨੇ ਉਹ ਨਹੀਂ ਪੜ੍ਹਾਉਣੀਆਂ ਪੈਂਦੀਆਂ। ਅੱਛਾ ਜੀ। ਨੰਬਰ 2 ਜਿਹੜਾ ਐਜੂਕੇਸ਼ਨ ਦਾ ਕੁਆਲਿਟੀ ਹੈ ਉਹ ICSE ਦੀ ਕਾਫੀ ਅੱਛੀ ਹੈ। ਕੰਪੀਟੀਸ਼ਨਸ ਦਾ ਜਿੰਨੇ ਵੀ ਉਹ ਜਿਹੜਾ +2 ਤੋਂ ਬਾਅਦ ਦਾ ਬਣਦਾ ਹੈ, ਉਹ +2 ਤੋਂ ਬਾਅਦ ਥੋੜਾ ਜਿਹਾ ਲੋਕਾਂ ਦੀ ਸੋਚ ਹੈਗੀ ਹੈ ਕਿ CBSE ਸਕੂਲ ਤੋਂ +2 ਕਰੋਗੇ ਤੇ ਕੰਪੀਟੀਸ਼ਨਸ ਦੇ ਜਿਹੜੇ ਐਗਜ਼ਾਮ ਨੇ ਉਹ ਥੋੜੇ ਈਜ਼ੀ ਹੈਂਡਲ ਹੋ ਜਾਂਦੇ ਆ। ਬਟ ਮੇਰਾ ਮੰਨਣਾ ਹੈ ਕਿ ਜਦ ਬੱਚੇ ਨੂੰ ਤੁਸੀਂ ਕੁਆਲਿਟੀ ਐਜੂਕੇਸ਼ਨ ਦਿੱਤੀ ਹੋਏਗੀ ਤਾਂ ਆਟੋਮੈਟਿਕਲੀ ਤੁਸੀਂ ਸਿਰਫ ਇੰਡੀਆ ਦੀ ਜੌਬਸ ਨਹੀਂ ਪੂਰੀ ਦੁਨੀਆ 'ਚ ਕਿਤੇ ਵੀ ਅਸੀਂ ਬੱਚਾ ਬਿਠਾਵਾਂਗੇ ਤੇ ਦੇ ਕੈਨ ਕੰਪੀਟ ਇਟ ਈਜ਼ੀਲੀ। ਸੋ ਉਸ ਤਰੀਕੇ ਨਾਲ ਅਸੀਂ ICSE ਬੋਰਡ, ਹੁਣ ਅਸੀਂ ਗੁਰੂ ਸਾਹਿਬ ਦਾ ਆਸਰਾ ਲੈ ਕੇ IGCSE ਬੋਰਡ ਚਾਲੂ ਕੀਤਾ ਵਿਚ ਇਜ਼ ਬਿਲੋਂਗਸ ਟੂ ਕੈਂਬਰਿਜ ਯੂਨੀਵਰਸਿਟੀ ਲੰਡਨ। ਉਹਦਾ ਅਸੀਂ ਹੁਣ ਕੁਰੀਕੁਲਮ ਚਾਲੂ ਕੀਤਾ। ਜਿਹੜੇ NRI ਬੱਚੇ ਆਉਂਦੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਸਰਟੀਫਿਕੇਟ ਉੱਥੋਂ ਦੇਵਾਂਗੇ ਤਾਂ ਜੋ ਉਹ ਕਿਤੇ ਆਪਣੀ ਜਿਹੜੀ ਫਰਦਰ ਹਾਇਰ ਐਜੂਕੇਸ਼ਨ ਉੱਥੋਂ ਚਾਲੂ ਕਰ ਸਕਦੇ ਆ। ਤੇ ਜਿਹੜੇ ਬੱਚੇ ਉਹਦੇ ਵਿੱਚ ਤੁਸੀਂ ਇਹ ਵੀ ਫੋਰਨ ਨੇ ਆਉਂਦੇ ਕਿ ਇੰਡੀਆ ਦੇ ਵੀ ਤੁਸੀਂ ਲੈਂਦੇ ਹੋ? ਸਾਰੇ ਜੀ, ਕਿਸੇ ਵੀ ਬੱਚਾ ਅਸੀਂ ਈਵਨ ਇੱਥੋਂ ਤੱਕ ਵੀ ਕੋਈ ਦੀਵਾਰ ਨਹੀਂ ਪੈਦਾ ਕੀਤੀ ਕਿ ਸਿਰਫ ਸਿੱਖਾਂ ਦੇ ਬੱਚੇ ਆਣ, ਕਿਸੇ ਵੀ ਧਰਮ ਦਾ ਰਿਲੇਟਡ ਬੱਚਾ ਹੋਵੇ, ਸਾਨੂੰ ਕੋਈ ਫਰਕ ਨਹੀਂ ਹੈ। ਜਿੱਦਾਂ ਸਾਡੇ ਬੱਚੇ ਈਸਾਈਆਂ ਦੇ ਸਕੂਲਾਂ 'ਚ ਤੇ DAV ਸਕੂਲਾਂ 'ਚ ਜਾ ਕੇ ਪੜ੍ਹਦੇ ਨੇ, ਅਸੀਂ ਵੀ ਆਪਣਾ ਹਿਰਦਾ ਵਿਸ਼ਾਲ ਕੀਤਾ ਔਰ ਹਰੇਕ ਬੱਚੇ ਨੂੰ ਵੈਲਕਮ ਕੀਤਾ। ਤੇ ਉਹਦੇ ਵਿੱਚ ਗੁਰਮਤਿ ਦੀ ਪੜ੍ਹਾਈ ਦਾ ਤੁਸੀਂ ਖਿਆਲ ਰੱਖਦੇ ਹੋ? ਬਿਲਕੁਲ ਜੀ, ਇਹੀ ਸਾਡਾ ਮੇਨ ਕਨਸੈਪਟ ਆ ਕੈਨੇਡਾ ਛੱਡ ਕੇ ਵਾਪਸ ਆਉਣ ਦਾ ਕਿ ਅਸੀਂ ਬੱਚੇ ਨੂੰ ਟੌਪ ਐਜੂਕੇਸ਼ਨ ਦੇ ਨਾਲ ਉਹ ਇਨਵਾਇਰਨਮੈਂਟ ਦੇਣਾ ਜਿਹਦੇ ਵਿੱਚ ਰਹਿ ਕੇ ਬੱਚੇ ਨੂੰ ਅਸੀਂ ਬਹੁਤਾ ਫੋਰਸ ਨਹੀਂ ਕਰਨਾ ਕਿ ਇਹ ਤੇਰਾ ਪਹਿਰਾਵਾ ਹੋਣਾ ਚਾਹੀਦਾ ਜਾਂ ਅਸੀਂ ਫੋਰਸਲੀ ਉਹਦੇ ਤੇ ਕਰੀਏ ਕਿ ਇਸ ਪਹਿਰਾਵੇ ਤੋਂ ਬਗੈਰ ਤੁਸੀਂ ਆ ਨਹੀਂ ਸਕਦੇ। ਅਸੀਂ ਬਿਲਕੁਲ ਆਮ ਸਕੂਲਾਂ ਵਾਂਗੂ ਯੂਨੀਫਾਰਮ ਲਗਾਈ ਹੋਈ ਹੈ। ਉਸ ਯੂਨੀਫਾਰਮ 'ਚ ਜੋ ਮਾਡਰਨ ਯੂਨੀਫਾਰਮ ਅੱਜ ਕੱਲ੍ਹ ਸਕਰਟਸ ਤੱਕ ਅਸੀਂ ਲਗਾਈਆਂ ਨੇ, ਬਟ ਉਹਨਾਂ ਦਾ ਤਰੀਕਾ ਹੈ ਕਿ ਗੁਰਮਤ ਤੋਂ ਕੋਈ ਵਿਰੋਧ ਨਾ ਹੋਵੇ ਕਿਸੇ ਚੀਜ਼ 'ਚ। ਸਕਰਟ ਜਿਹੜੀ ਆ ਉਹ 'ਚ ਡਿਵਾਈਡਰ ਸਕਰਟ ਹੁੰਦੀ ਹੈ ਕਿ ਬੱਚੇ ਦਾ ਨੰਗੇਜ ਨਹੀਂ ਹੁੰਦਾ, ਲੈਂਥ ਜ਼ਿਆਦੀ ਹੈ, ਸਲੈਕਸ ਉੱਪਰ ਲੰਬੀਆਂ ਨੇ, ਔਰ ਉਸ ਤੋਂ ਇਲਾਵਾ ਜਿਹੜਾ ਹੈ ਕਿ ਜਿਹੜਾ ਬੱਚੇ ਦੀ ਦਸਤਾਰ ਹੈ, ਜਿਹੜੇ ਬੱਚੇ ਦਸਤਾਰ ਸਜਾਉਂਦੇ ਆ ਉਹਨਾਂ ਨੂੰ ਅਸੀਂ ਐਕਸਟਰਾ ਮਾਣ ਸਤਿਕਾਰ ਦੇਈਦਾ, ਉਹਨਾਂ ਨੂੰ ਸਰੋਪਾ ਉਹ ਦੇਈਦੇ ਨੇ। ਸਾਡੇ ਕੋਲ ਪਿਛਲੇ 6 ਸਾਲ ਸਾਨੂੰ ਹੋਏ ਕੰਮ ਚਾਲੂ ਕੀਤਿਆਂ ਨੂੰ, 6 ਸਾਲ ਦੇ ਵਿੱਚ ਘੱਟੋ ਘੱਟ ਵੀ 150 ਬੱਚਾ ਜਿਹੜਾ ਹੈ ਉਹ ਕੇਸਾਧਾਰੀ ਹੋਇਆ। ਜਿਹੜੇ ਬੱਚੇ ਆਏ ਜਿਹੜੇ ਸੀ ਕੇਸ ਕਤਲ ਕਰਦੇ ਸੀ ਉਸ ਟਾਈਮ ਤੇ, ਬਟ ਜਦੋਂ ਸਾਡੇ ਕੋਲ ਆ ਗਏ ਹੈ ਤੇ ਉਹ ਕੇਸਾਧਾਰੀ ਹੋਏ ਆ।
ਉਹਨਾਂ ਨੂੰ ਅਸੀਂ ਪ੍ਰੋਗਰਾਮ ਬਣਾਇਆ ਕਿ ਉਹਨਾਂ ਨੂੰ ਅਸੀਂ ਸਰਪਾਓ ਦੇ ਕੇ ਉਹਨਾਂ ਨੂੰ ਮਾਣ ਸਤਿਕਾਰ ਦੇਈਦਾ ਤਾਂ ਜੋ ਦੂਜੇ ਬੱਚੇ ਵੀ ਇਨਕਰੇਜ ਹੋਣ। ਵੀ ਇਸ ਤਰ੍ਹਾਂ ਪ੍ਰੇਮ ਨਾਲ ਵੀ ਪ੍ਰੇਰਿਆ ਜਾ ਸਕਦਾ। ਜਦੋਂ ਆਪਾਂ ਬਹੁਤੇ ਕੱਟੜ ਹੋ ਜਾਂਦੇ ਕਈ ਵਾਰੀ ਟੁੱਟ ਵੀ ਜਾਂਦੇ ਨੇ ਲੋਕ। ਬਿਲਕੁਲ ਜੀ, ਬੱਚੇ ਨੂੰ ਅਸੀਂ ਜ਼ਰੂਰ ਰੱਖ ਸਕਦੇ ਹਾਂ ਥੋੜੇ ਸਮੇਂ ਵਾਸਤੇ, ਕਿਉਂਕਿ ਬੱਚਾ ਹੈ ਤੇ ਉਹ ਤੁਹਾਨੂੰ ਪ੍ਰਭਾਵ ਨੂੰ ਕਬੂਲ ਕਰਦਾ ਹੈ ਜੀ। ਬਟ ਜੇ ਅਸੀਂ ਉਹਦੀ ਆਤਮਾ ਤੱਕ ਉਹ ਪ੍ਰਭਾਵ ਪਹੁੰਚਾਉਣਾ ਹੈ ਤੇ ਫਿਰ ਉਹਨੂੰ ਪਿਆਰ ਤੇ ਉਹ ਸਹੀ ਜੋ ਗੁਰੂ ਨਾਨਕ ਪਾਤਸ਼ਾਹ ਦਾ ਗਾਡੀ ਰਾਹ ਦਾ ਰਸਤਾ ਹੈ ਉਹਦੇ ਮੁਤਾਬਕ ਚਲਾਉਣਾ ਪਏਗਾ। ਔਰ ਨੰਬਰ 2 ਕਿ এনवायरमेंट ਦੇਣਾ ਪਏਗਾ। ਜੇ ਅਸੀਂ ਖੁਦ ਗੁਰੂ ਨੂੰ ਮੰਨਾਂਗੇ ਤਾਂ ਬੱਚਾ ਗੁਰੂ ਨੂੰ ਮੰਨੇਗਾ। ਅਸੀਂ এনवायरमेंट ਇਦਾਂ ਦਾ ਕ੍ਰੀਏਟ ਕਰਨਾ ਹੈ ਕਿ ਬੱਚਾ ਜਿਹੜਾ ਹੈ ਉਹਦੇ ਚ ਅਸੀਂ ਜਿੰਨੇ ਗੁਰਪੁਰਬ ਨੇ ਉਹ ਸੈਲੀਬ੍ਰੇਟਸ ਕਰਦੇ ਆ ਜੀ। ਈਵਨ ਮਦਰਸ ਡੇ, ਫਾਦਰਸ ਡੇ ਤੱਕ ਸੈਲੀਬ੍ਰੇਟ ਕਰੀਦਾ, ਬਟ ਗੁਰਮਤ ਦੇ ਆਸ਼ੇ ਦੇ ਮੁਤਾਬਕ, ਗੁਰਮਤ ਦੀ ਸੋਝੀ ਦੇ ਮੁਤਾਬਕ, ਜਾਨੀ ਹਰੇਕ ਕਾਰਜ ਗੁਰਮਤ ਅਨੁਕੂਲ ਹੀ ਤੁਸੀਂ। ਬਿਲਕੁਲ ਜੀ, ਬਿਲਕੁਲ। ਚਲੋ ਫਿਰ ਆਪਾਂ ਇੱਕ ਸੰਗਤਾਂ ਨੂੰ ਵੀ ਦਿਖਾਈਏ ਤੇ ਆਪਾਂ ਵੀ ਦਰਸ਼ਨ ਕਰਦੇ ਹਾਂ ਵੀ ਗੁਰੂ ਦੀ ਕਿਰਪਾ ਨਾਲ ਤੁਹਾਡਾ ਜਿਹੜਾ ਉਦਾਰਾ ਕਿਵੇਂ ਚੱਲ ਰਿਹਾ ਹੈ। ਠੀਕ ਹੈ ਜੀ। The fundamental principle of education and the IFA's spiritual alertness. This is easily achieved through the practice of chanting the Nitnem by bowing in front of the Guru Maharaj. This creates neurological balance, which is the basis of all positive learnings. Our curriculum enhances creativity and intelligence. This enhancement is the basis of all successful learning. It's a system that works in 3 stages. Stage 1 is helping each child discover from wide range of extracurricular activities. Stage 2 is where we nurture and develop their talent in those activities under the guidance of the experienced, adroit and specialized coaches to achieve the very best of what they are capable of. And when they do that, the whole school celebrates their achievement with them, which is Stage 3 of IFA system. But this is not all. We also impart training of self-defensive arts of Taekwondo, Karate and popular Sikh martial art, Gatka. The foundation of the art is the movement methodology for the use of the feet, body, arms and weapons in unison. After that they have the dinner in the mess. Up to 9:30 p.m. sharp, every student goes to bed. In the previous years, we have organized trips to Science City, Dalhousie, and for the international tours, the students were taken to Australia participating in the Parliament of World's Religions. All IFENs participated in an environmental program. We are aware of the fact that only those people kiss Fateh who lead a controlled, disciplined, and ethical lifestyle. We are the firm believers of shaping a successful human being rather than a successful professional. Success is a journey and not a destination, and we continue to strive for betterment. International Fateh Academy. Learn, grow, share, and succeed. ਸਰਦਾਰ ਜਗਵੀਰ ਸਿੰਘ ਜੀ ਸਾਡੇ ਵਿੱਚ ਆਏ ਹੋਏ ਨੇ, ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ। ਭਾਈ ਸਾਹਿਬ ਜੀ, ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ, ਗੁਰੂ ਦੀ ਮਿਹਰ ਹੈ ਤੁਹਾਡੇ ਤੇ, ਬਹੁਤ ਇੱਕ ਨਵੇਕਲੀ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ।
ਹਰੇਕ ਮਾਂ-ਬਾਪ ਨੂੰ ਚਿੰਤਾ ਰਹਿੰਦੀ ਹੈ ਵੀ ਸਾਡਾ ਜਿਹੜਾ ਬੱਚਾ ਪੜ੍ਹ ਕੇ ਚੰਗੇ ਅਹੁਦੇ ਤੇ ਚਲੇ ਜਾਵੇ। ਤੇ ਜਿਹੜੇ ਸੁਘੜ ਸਿਆਣੇ ਮਾਤਾ ਪਿਤਾ ਉਹ ਨਾਲ ਇਹ ਵੀ ਸੋਚਦੇ ਨੇ ਵੀ ਇਹ ਨਾਲ ਨਾਲ ਗੁਰਮਤ ਨਾਲ ਵੀ ਜੁੜਿਆ ਰਹੇ, ਵੀ ਜੇ ਇੱਕ ਡਾਕਟਰ ਬਣ ਜਾਏਗਾ, ਵਕੀਲ ਬਣ ਜਾਏਗਾ, ਵਧੀਆ, ਤੇ ਨਾਲ ਜੇ ਗੁਰਸਿੱਖ ਵੀ ਬਣਿਆ ਰਹੇਗਾ ਤੇ ਚੰਗਾ ਪੁੱਤਰ ਵੀ ਬਣਿਆ ਰਹੇਗਾ। ਤੇ ਤੁਸੀਂ ਇਹਦੇ ਬਾਰੇ ਕੀ ਆਖੋਗੇ? ਮੈਂ ਕਹਾਂਗਾ ਜੀ, ਜੋ ਸਾਡਾ ਜ਼ਿੰਦਗੀ ਦਾ ਅਸਲੀ ਮਕਸਦ ਹੈ, ਜਿਸ ਕਰਕੇ ਮਨੁੱਖ ਦੁਨੀਆ ਤੇ ਆਇਆ ਔਰ ਜੋ ਅਸੀਂ ਲਾਈਫ ਸਾਈਕਲ 'ਚ ਘੁੰਮ ਰਹੇ ਹਾਂ, 84 ਲੱਖ ਦੀ ਜੂਨ ਕਹਿ ਲਈਏ ਜਾਂ ਕੁਛ ਵੀ, ਸਾਡਾ ਮਕਸਦ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੀ ਜੀ ਜੀ। ਇਹ ਕਾਜ ਅਸੀਂ ਆਪ ਸਮਝ ਕੇ ਆਪਣੇ ਬੱਚਿਆਂ ਤੱਕ ਇਸ ਮੈਸੇਜ ਨੂੰ ਪਹੁੰਚਾਉਣਾ। ਜੀ। ਔਰ ਜਦ ਅਸੀਂ ਗੋਬਿੰਦ ਮਿਲਣ ਦੀ ਗੱਲ ਕਰਦੇ ਹਾਂ ਤੇ ਕਿਸ ਤਰੀਕੇ ਨਾਲ ਗੋਬਿੰਦ ਨੂੰ ਮਿਲਿਆ ਜਾਏ। ਜੀ। ਕੋਈ ਉਹ ਸਪੈਸ਼ਲ ਨਗਰੀ ਨਹੀਂ ਹੈ ਜਿੱਥੇ ਜਾ ਕੇ ਇਹ ਪ੍ਰਮਾਤਮਾ ਨੂੰ ਮਿਲਣਾ ਹੈ। ਇਸ ਦੁਨੀਆ ਦੇ ਵਿੱਚ ਰਹਿ ਕਰਕੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਅਨੁਸਾਰ ਜੀਵਨ ਬਤੀਤ ਕਰਕੇ ਅਸੀਂ ਪੂਰੀ ਦੁਨੀਆ ਦੇ ਵਿੱਚ ਆਮ ਮਨੁੱਖ ਵਾਂਗੂ ਜਿਉਣਾ ਹੈ। ਜੀ। ਅਸੀਂ ਹਰ ਕਾਰਜ ਕਰਨਾ ਹੈ। ਔਰ ਜੇਕਰ ਸਾਇੰਟਿਸਟ ਅਮਰੀਕਾ ਦਾ ਹੈ ਤੇ ਸਾਇੰਟਿਸਟ ਗੁਰਸਿੱਖ ਵੀ ਹੋਣਾ ਚਾਹੀਦਾ ਹੈ, ਤਾਂ ਜੋ ਉਹ ਵੀ ਆਪਣੀ ਜਿਹੜੀ ਹੈ ਹਿੱਸਾ ਪਾਵੇ ਇਸ ਪ੍ਰਕਿਰਤੀ ਵਾਸਤੇ, ਪ੍ਰਮਾਤਮਾ ਦੀ ਬਣਾਈ ਹੋਈ ਤਾਇਨਾਤ ਵਾਸਤੇ। ਜੀ ਜੀ। ਸਾਡਾ ਅੱਜ ਦਾ ਹਰ ਜੋ ਪਰਿਵਾਰ ਹੈ ਉਹਦਾ ਇਹੀ ਹੈ ਕਿ ਮੇਰਾ ਬੱਚਾ, ਮੈਂ ਬਿਨਾਂ ਸ਼ੱਕ ਨਹੀਂ ਕੁਝ ਕਰ ਪਾਇਆ, ਪਰ ਮੇਰਾ ਬੱਚਾ ਜਿਹੜਾ ਕੁਝ ਕਰ ਪਾਏ। ਜੀ ਜੀ। ਪਰ ਮੈਂ ਇਹਦੇ 'ਚ ਇੱਕ ਗੱਲ ਜ਼ਰੂਰ ਕਹਿੰਦਾ ਕਿ ਐਜੂਕੇਸ਼ਨ ਸਿਰਫ ਜਿਹੜੀ ਪੜ੍ਹਾਈ ਹੈ ਉਹ ਕਿਤਾਬਾਂ ਹੀ ਨਹੀਂ ਹੈਗੀਆਂ ਇਕੱਲੀਆਂ। ਜੀ ਜੀ। ਅੱਜ ਜਿੰਨਾ ਮੀਡੀਆ ਜਿਹੜਾ ਹੈ ਉਹ ਸਫਲ ਹੋ ਗਿਆ ਹੈ ਔਰ ਨੇ ਦੁਨੀਆ ਨੂੰ ਪਲੇਟਫਾਰਮ ਦੇ ਦਿੱਤਾ ਹੈ। ਜੀ। ਛੋਟੇ ਛੋਟੇ ਬੱਚੇ ਜਿਹੜੇ ਨੇ ਝੁੱਗੀਆਂ ਝੌਂਪੜੀਆਂ 'ਚ ਬੈਠ ਕੇ ਵੀ ਉਹ ਫੇਸਬੁੱਕਸ ਤੱਕ ਪਹੁੰਚ ਕਰ ਗਏ ਨੇ। ਜੀ ਜੀ। ਈਵਨ ਟੈਕਨੋਲੋਜੀਜ਼ ਐਂਡ ਸਪੈਸ਼ਲੀ ਪਹਿਲਾਂ ਬੱਚੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਅਸੀਂ ਆਪਣੀ ਸਟੇਟ ਬਾਰੇ ਵੀ ਪੂਰਾ ਗਿਆਨ ਨਹੀਂ ਸੀ ਹੁੰਦਾ। ਅੱਜ ਕੱਲ੍ਹ ਬੱਚਿਆਂ ਨੂੰ ਪੂਰੀ ਦੁਨੀਆ ਬਾਰੇ ਗਿਆਨ ਹੋ ਗਿਆ। ਮੀਡੀਆ ਬਹੁਤ ਹੈ ਔਰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਇੱਕ ਹਵਾ ਚੱਲ ਰਹੀ ਹੈ। ਜੀ। ਸਾਡੀ ਜਿਹੜੀ ਅੱਜ ਦੀ ਸੋਚ ਹੈ, ਜੋ ਸਾਡਾ ਅੱਜ ਦਾ ਰੀਅਲ ਸੁਪਨਾ ਹੋਣਾ ਜਿਹਦਾ ਮਾਂ-ਬਾਪ ਦਾ, ਕਿ ਸਾਡਾ ਬੱਚਾ ਇੱਕ ਸਕਸੈਸਫੁਲ ਹਿਊਮਨ ਬੀਇੰਗ ਬਣੇ, ਚੰਗਾ ਇਨਸਾਨ ਬਣੇ। ਜੀ। ਇਨਸਾਨ ਬਣਨ ਤੋਂ ਬਾਅਦ ਸਾਡਾ ਬੱਚਾ ਐਜ਼ ਏ ਗੁਰਸਿੱਖ ਘਰ ਦੇ ਵਿੱਚ ਜੇ ਪੈਦਾ ਹੋਇਆ, ਅਸੀਂ ਗੁਰੂ ਕੇ ਸਿੱਖ ਹਾਂ, ਤਾਂ ਸਾਡਾ ਬੱਚਾ ਗੁਰੂ ਕਾ ਮੰਨਣ ਵਾਲਾ ਸਿੱਖ ਬਣ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਹੀ ਦਿਸ਼ਾ ਦੇ ਵਿੱਚ ਜਿਹੜਾ ਗੁਜ਼ਾਰੇ ਔਰ ਦੁਨੀਆ ਦੇ ਵਿੱਚ ਸਰਵਿਸ ਕਰੇ। ਇਹ ਕਾਰਜ ਤਾਂ ਹੀ ਸਫਲ ਹੋ ਸਕਦੇ ਆ ਜੇ ਸਾਡੇ ਇੰਸਟੀਟਿਊਸ਼ਨ ਜਿਹੜੇ ਆ ਜਿੱਥੇ ਬੱਚੇ ਦੀ ਪਰਵਰਿਸ਼ ਹੁੰਦੀ ਹੈ, ਬੱਚੇ ਦੀ ਪਰਵਰਿਸ਼, ਰੀਅਲ ਪਰਵਰਿਸ਼ ਜਿਹੜੀ ਹੈ ਉਹ ਇੰਸਟੀਟਿਊਸ਼ਨ 'ਚ ਹੁੰਦੀ ਹੈ। ਅੱਜ ਜਿੰਨਾ ਭ੍ਰਿਸ਼ਟਾਚਾਰ ਪੂਰੀ ਦੁਨੀਆ 'ਚ ਫੈਲਿਆ ਹੈ, ਜਾਂ ਇੱਥੇ ਸਾਡੇ ਇੰਡੀਆ ਦਾ ਜੋ ਹਾਲਾਤ ਹੈ, ਜਾਂ ਬੱਚੇ ਬੱਚੀਆਂ ਦੀ ਜਾਂ ਬੱਚੀ ਦੀ ਕੁੱਖ 'ਚ ਮਾਰਨ ਦੀ ਦੁਖਾਂਤ ਹੈ, ਜਿੰਨੇ ਵੀ ਦੁਖਾਂਤ ਹੈਗੇ ਆ, ਇਹਦਾ ਮੇਨ ਰੀਜ਼ਨ ਹੈਗਾ ਕਿ ਸਾਡੇ ਇੰਸਟੀਟਿਊਸ਼ਨ ਜਿਹੜੇ ਨੇ ਜਿੱਥੇ ਬੱਚਾ ਪੜ੍ਹਦਾ ਹੈ ਉੱਥੇ ਇਹਨਾਂ ਚੀਜ਼ਾਂ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਸਿਰਫ ਉਹਨੂੰ ਹਿਸਟਰੀ ਪੜ੍ਹਾਈ ਜਾਂਦੀ ਹੈ, ਮੈਥ ਪੜ੍ਹਾਇਆ ਜਾਂਦਾ, ਇੰਗਲਿਸ਼ ਪੜ੍ਹਾਈ ਜਾਂਦੀ ਹੈ, ਸਾਇੰਸ ਪੜ੍ਹਾ ਦਿੱਤੀ ਜਾਂਦੀ ਹੈ, ਬਟ ਉਹਦੇ 'ਚ ਜਿਹੜੇ ਨੈਤਿਕ ਗੁਣ ਨੇ, ਜਿਨ੍ਹਾਂ ਗੁਣਾਂ ਦੇ ਨਾਲ ਬੱਚੇ ਨੇ ਜਿਉਣਾ ਆ, ਉਹਦੀ ਪੜ੍ਹਾਈ ਬਹੁਤ ਲੋਅਰ ਲੈਵਲ ਤੇ ਹੈ। ਔਰ ਸਾਡਾ ਜਿਹੜਾ ਇਨਵਾਇਰਨਮੈਂਟ ਹੈ ਸਕੂਲਾਂ ਦਾ ਉਹ ਵੀ ਬਹੁਤ ਲੋਅਰ ਲੈਵਲ ਤੇ ਜਾ ਚੁੱਕਾ ਹੈ। ਪਹਿਲਾਂ ਟੀਚਰ ਦਾ ਐਡਾ ਕਿਰਦਾਰ ਹੁੰਦਾ ਸੀ, ਅੱਜ ਕੱਲ੍ਹ ਟੀਚਰ ਟੋਟਲੀ ਮਟੀਰੀਅਲਿਸਟਿਕ ਵਰਲਡ ਹੋ ਗਿਆ ਹੈ। ਸਾਰੇ ਨਹੀਂ ਮੈਂ ਕਹਾਂਗਾ, ਬੜੀਆਂ ਪਿਆਰ ਵਾਲੀਆਂ ਰੂਹਾਂ ਨੇ। ਔਰ ਮੇਰੇ ਕੋਲ ਜਿੰਨੇ ਸਟਾਫ ਹੈ ਉਹਨਾਂ ਦਾ ਅਸੀਂ ਇਸੇ ਕਰਕੇ ਹੀ ਚਾਹ ਪਾਣੀ ਦੀ ਕਦੀ ਮੀਟਿੰਗ ਕਰ ਲਈ ਕਿ ਅਸੀਂ ਇਕੱਠੇ ਬੈਠਣਾ ਹੈ, ਕਿਸੇ ਅੰਨੇ ਬਹਾਨੇ ਕੋਈ ਨਾ ਕੋਈ ਅਸੀਂ ਮੇਲ ਜੋਲ ਕਰਕੇ ਤੇ ਉਹਨਾਂ ਨੂੰ ਟ੍ਰੇਨਡ ਕਰਦੇ ਰਹੀਦਾ, ਉਹਨਾਂ ਨੂੰ ਕਾਉਂਸਲਿੰਗ ਕਰਦੇ ਰਹੀਦਾ ਕਿ ਤੁਸੀਂ ਆਮ ਨਹੀਂ, ਇੱਕ ਸਪੈਸ਼ਲ ਹਿਊਮਨ ਬੀਇੰਗ ਹੋ ਕਿ ਜਿਨ੍ਹਾਂ ਨੂੰ ਗੁਰੂ ਦਾ ਰੁਤਬਾ ਮਿਲਿਆ। ਸੋ ਇਹ ਚੀਜ਼, ਇਹ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਇੱਕ ਇਨਵਾਇਰਨਮੈਂਟ ਕ੍ਰੀਏਟ ਕਰੀਏ ਜਿਹਦੇ ਨਾਲ ਬੱਚਾ ਜਿਸ ਇਨਵਾਇਰਨਮੈਂਟ 'ਚ ਰਵੇ ਉਹ ਆਲੇ ਦੁਆਲੇ ਤੋਂ ਸਿੱਖੇ। ਬਿਲਕੁਲ ਸਹੀ ਗੱਲ। ਉਸ ਤੋਂ ਇਲਾਵਾ ਸਾਡੀ ਸਪੈਸ਼ਲੀ ਪੰਜਾਬੀਆਂ ਦੀ ਅੱਜ ਬਹੁਤ ਵੱਡੀ ਲੋੜ ਹੈ। ਸਾਊਥ ਵਿੱਚ ਅੱਜ ਪੂਰਾ ਦੁਨੀਆ ਦਾ ਸੌਫਟਵੇਅਰ ਟੈਕਨੋਲੋਜੀ ਹਰ ਚੀਜ਼ ਦੀ ਓਪਰਚੁਨਿਟੀ ਆ ਗਈ ਹੈ। ਸਪੈਸ਼ਲੀ ਪੰਜਾਬ ਦੇ ਵਿੱਚ ਜਿਹੜੀ ਲੋਅਰ ਐਜੂਕੇਸ਼ਨ ਹੈ, ਸਕੂਲਿੰਗ ਐਜੂਕੇਸ਼ਨ ਹੈ, ਬੜੇ ਅੱਛੇ ਸਕੂਲ ਦਿੰਦੇ ਪਏ ਨੇ। ਇਨਵਾਇਰਨਮੈਂਟ ਚਲੋ ਉਹਨਾਂ ਕੋਲ ਨਹੀਂ ਹੈਗਾ, ਕਈਆਂ ਨੇ ਰੱਖਿਆ ਵੀ ਹੈ, ਬਟ ਜਿਹੜੀ ਹਾਇਰ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਅਸੀਂ ਬਹੁਤ ਲੋ ਲੈਵਲ ਤੇ ਆ। ਨਾ ਸਾਡੇ ਕੋਲ ਚੰਗੀ ਯੂਨੀਵਰਸਿਟੀਜ਼ ਨੇ ਔਰ ਨਾ ਹੀ ਫੈਕਲਟੀ ਅੱਗੇ ਆ ਰਹੀ ਹੈ। ਹਰ ਇੱਕ ਬੰਦਾ ਜਿਹੜਾ ਉਹ ਇੰਜੀਨੀਅਰ, ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਵੀ ਟੀਚਰ ਨਹੀਂ ਬਣਨਾ ਚਾਹੁੰਦਾ। ਜਿਹੜੇ ਕੋਈ ਡਾਕਟਰਸ ਜਾਂ ਚੰਗੀਆਂ ਹਾਇਰ ਐਜੂਕੇਸ਼ਨਸ ਨਹੀਂ ਜਾ ਪਾਉਂਦੇ ਉਹ ਫਿਰ ਬੀਐਡ ਕਰਕੇ ਅਧਿਆਪਕ ਬਣ ਜਾਂਦੇ ਆ। ਸੋ ਉਹਨਾਂ ਦਾ ਸਾਡਾ ਮੇਰਾ ਵੀ ਹੁਣ ਅਗਲਾ ਪ੍ਰੋਗਰਾਮ ਇਹੀ ਹੈਗਾ ਕਿ ਮੈਂ ਰਿਸੋਰਸ ਸੈਂਟਰ ਸੈਟਅਪ ਕਰਨਾ ਜਿਹਦੇ 'ਚੋਂ ਅਧਿਆਪਕ ਤਿਆਰ ਕਰਨੇ ਨੇ ਜਿੰਨੇ ਸਾਨੂੰ ਚਾਹੀਦੇ ਨੇ, ਬਾਕੀ ਵੀ ਸਕੂਲਾਂ ਨੂੰ ਅਸੀਂ ਤਿਆਰ ਕਰਕੇ ਦਈਏ ਤਾਂ ਜੋ ਸਾਡੇ ਜਿਹੜੇ ਬੱਚੇ ਜਿੱਥੇ ਪੜ੍ਹਦੇ ਨੇ ਉਹਨਾਂ ਦੇ ਉੱਤੇ ਇਨਵਾਇਰਨਮੈਂਟ ਦਾ ਅਸਰ ਦੇ ਨਾਲ ਉਹ ਚੰਗਾ ਜੀਵਨ ਸਿੱਖ ਸਕਣ ਔਰ ਦੁਨੀਆ 'ਚ ਕੁਝ ਬਣ ਸਕਣ। ਸਿੱਖਾਂ ਦੀ ਅੱਜ
ਜੇ ਕਿਸੇ ਵੀ ਫੀਲਡ ਦੇ ਵਿੱਚ ਦੇਖ ਲਈਏ ਤੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ। ਔਰ ਇਹ ਗੁੱਡ ਵੀ ਹੈ ਕਿ ਜਦੋਂ ਤੁਸੀਂ ਅੱਜ ਉਹ ਕੰਟਰੀ ਦੇਖੋਗੇ, ਸਪੇਨ ਦੇਖ ਲਈਏ ਜੀ ਜੀ, ਜਿਹੜਾ ਕਾਫੀ ਲੇਟ ਡਿਵੈਲਪ ਹੋਇਆ ਯੂਰਪ ਦੇ ਵਿੱਚ, ਪਰ ਜਦ ਸਪੇਨ ਡਿਵੈਲਪ ਹੋਇਆ ਤੇ ਉਹਨਾਂ ਨੇ ਟੌਪ ਟੈਕਨੋਲੋਜੀ ਦੇ ਨਾਲ ਡਿਵੈਲਪ ਕੀਤਾ ਜੀ। ਸਾਡੇ ਕੋਲ ਅੱਜ ਮੌਕਾ ਹੈ, ਅਸੀਂ ਅੱਜ ਪੂਰੇ ਦੁਨੀਆ ਦਾ ਨੈਟ ਟੈਕਨੋਲੋਜੀ ਜਿਹੜੀ ਹੈ ਯੂਜ਼ ਕਰਦੇ ਪਏ ਹਾਂ। ਜਿੰਨਾ ਸਿੱਖ ਕੌਮ ਨੇ ਫਾਇਦਾ ਉਠਾਇਆ, ਮੈਂ ਸੋਚਦਾ ਸ਼ਾਇਦ ਕਿਸੇ ਹੋਰ ਕੌਮ ਨੇ ਉਠਾਇਆ ਹੋਵੇ। ਅੱਜ ਮੀਡੀਆ ਦੇ ਵਿੱਚ ਫਤਿਹ ਚੈਨਲ ਆਇਆ, ਇਸ ਬਹੁਤ ਅੱਛੀ ਸ਼ੁਰੂਆਤ ਹੈ ਕਿ ਸਾਡੇ ਵੀਰ ਜਿਹੜੇ ਨੇ ਉਹ ਹਰੇਕ ਫੀਲਡ ਦੇ ਵਿੱਚ ਆਉਣ ਔਰ ਕੰਮ ਕਰਨ। ਔਰ ਸਾਡੀ ਅਸਲੀ ਆਊਟਪੁੱਟ ਉਦੋਂ ਨਿਕਲਣੀ ਹੈ ਜਦ ਅਸੀਂ ਕੰਮ ਕਰਾਂਗੇ ਫੀਲਡ ਦੇ ਵਿੱਚ ਰਹਿ ਕੇ। ਜਿਹੜਾ ਕੁਝ ਚੀਜ਼ਾਂ ਬੋਲਿਆ ਕੰਮ ਕਰਦੀਆਂ ਨੇ, ਇਨਕਰੇਜ ਕਰਦੀਆਂ ਨੇ, ਬਟ ਥਾਊਜ਼ੈਂਡਸ ਐਂਡ ਮਿਲੀਅਨਸ ਦੇ ਵਿੱਚੋਂ 1 ਜਾਂ 2 4 5 ਨਿਕਲਦੇ ਆ ਪਰ ਜਦੋਂ ਅਸੀਂ ਕੰਮ ਕਰਾਂਗੇ ਉਸ এনवायरमेंट ਚੋਂ ਸਾਨੂੰ ਆਊਟਪੁੱਟ ਜਿਹੜੀ ਆ ਉਹਦੀ ਐਵਰੇਜ ਜ਼ਿਆਦਾ ਮਿਲੇਗੀ। ਅੱਛਾ, ਜਿਵੇਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਿੰਘ ਨੂੰ ਸੰਤ ਤੇ ਸਿਪਾਹੀ ਬਣਾਇਆ, ਤੁਸੀਂ ਗੁਰਮਤਿ ਦੀ ਵਿਦਿਆ ਵੀ ਦਿੰਦੇ ਹੋ, ਦੁਨਿਆਵੀ ਪੜ੍ਹਾਈ ਜਿਹੜੀ ਚਾਹੀਦੀ ਦਿੰਦੇ ਹੋ, ਨਾਲ ਮੈਨੂੰ ਜਿਵੇਂ ਪਤਾ ਲੱਗਾ ਵੀ ਗੱਤਕੇ ਦਾ ਵੀ ਤੁਸੀਂ ਇਸ ਤਰ੍ਹਾਂ ਵੀ ਬੱਚਿਆਂ ਨੂੰ ਕੁਝ ਜੋੜਦੇ ਹੋ ਵੀ ਉਹਨਾਂ ਦਾ ਇਹੋ ਵੀ ਹੋਵੇ ਉਹ ਇਸ ਤਰ੍ਹਾਂ ਸ਼ਸਤਰ ਦੇ ਧਨੀ ਵੀ ਹੋਣ, ਸਿੱਖ ਕਿਸੇ ਕੋਲੋਂ ਮਾਰ ਨਾ ਖਾ ਜਾਵੇ, ਆਪਣਾ ਆਪ ਸਾਂਭ ਸਕੇ, ਇਹੋ ਜਿਹੇ ਵੀ ਕੁਝ ਉਪਰਾਲੇ ਨੇ। ਬਿਲਕੁਲ ਜੀ, ਸਾਡੇ ਪਾਤਸ਼ਾਹ 10 ਗੁਰੂ ਸਾਹਿਬਾਨ ਦਾ ਅਸੀਂ ਇਤਿਹਾਸ ਦੇਖੀਏ ਤਾਂ ਦਾਤਾ ਜੀ ਨੇ ਕੋਈ ਐਸੀ ਫੀਲਡ ਨਹੀਂ ਜਿਹਦੇ ਵਿੱਚ ਸਿੱਖਾਂ ਦਾ ਬੇਸ ਨਹੀਂ ਬਣਾਇਆ ਜੀ। ਔਰ ਬੇਸ ਵੀ ਐਸਾ ਬਣਾਇਆ ਹੈ ਕਿ ਪੂਰੀ ਕੌਮ ਕੱਲੇ, ਅਸੀਂ ਸਿਰਫ ਪੰਜਾਬ ਦੇ ਸਿੱਖਾਂ ਦੀ ਗੱਲ ਨਹੀਂ ਕਰਦੇ, ਪੂਰੀ ਮਨੁੱਖਤਾ ਦੀ ਗੱਲ ਕਰ ਲਈਏ, ਐਸਾ ਬੇਸ ਤਿਆਰ ਕੀਤਾ ਪਾਤਸ਼ਾਹ ਨੇ ਕਿ ਜਿਹਦੇ ਨਾਲ ਇੱਕ ਜੋ ਮਨੁੱਖ ਦੀ ਜਿਹਦੇ ਵਿੱਚ ਸਰੀਰ 'ਚ ਜੋ ਆਤਮਾ ਰੱਖੀ ਹੈ ਉਹ ਆਤਮਾ ਨੂੰ ਵੀ ਹੈਲਥੀ ਰੱਖਣਾ ਹੈ ਤੇ ਉਹ ਸਰੀਰ ਨੂੰ ਵੀ ਹੈਲਥੀ ਰੱਖਣਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਹੀ ਇਹ ਜੋ ਗੱਤਕਾ ਹੈ, ਇਹ ਮਾਰਸ਼ਲ ਆਰਟ ਸਾਡੇ ਕੋਲ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਾਤ ਦਿੱਤੀ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਹੀ ਸਿਖਲਾਈ ਦਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਔਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜੋ ਸ਼ਸਤਰ ਵਿਦਿਆ ਹੈ ਇਹਨੂੰ ਰਣ ਦੇ ਵਿੱਚੋਂ ਕੱਢ ਕੇ ਤੇ ਸਪੋਰਟਸ ਦੇ ਖੇਤਰ 'ਚ ਲਿਆਂਦਾ ਹੈ। ਉਸ ਟਾਈਮ ਤੇ ਪਾਤਸ਼ਾਹ ਆਪ ਵੀ ਇਹਦੇ ਜਿਹੜੇ ਕੰਪੀਟੀਸ਼ਨ ਸੀ ਕਰਵਾਉਂਦੇ ਰਹੇ ਨੇ ਸਮੇਂ ਪਰ ਸਮੇਂ। ਅੱਜ ਸਾਨੂੰ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਇਨੀਸ਼ੀਏਟਿਵ ਤਾਂ ਬਹੁਤ ਫੈਡਰੇਸ਼ਨਸ ਨੇ ਵੀ ਲਿਆ ਹੈ, ਬਾਕੀ ਵੀਰਾਂ ਨੇ ਵੀ ਲਿਆ ਹੈ ਔਰ ਕੰਮ ਵੀ ਹੋਇਆ ਗੱਤਕੇ ਤੇ, ਪਰ ਸਪੋਰਟਸ ਅਥਾਰਟੀ ਆਫ ਇੰਡੀਆ ਜਿਹੜਾ ਕਿ ਭਾਰਤ ਦਾ ਇੱਕ ਸਪੋਰਟਸ ਅਦਾਰਾ ਹੈ, ਭਾਰਤ ਸਰਕਾਰ ਦਾ ਅਦਾਰਾ ਹੈ, ਉਹਨਾਂ ਨੇ ਇਨੀਸ਼ੀਏਟਿਵ ਲਿਆ ਕਿ ਉਹ ਜਿੰਨੀ ਇੰਡੀਜੀਨੀਅਸ ਗੇਮਸ ਨੇ, ਪੂਰੀਆਂ ਸਟੇਟਸ ਦੀਆਂ ਮਾਰਸ਼ਲ ਆਰਟ ਗੇਮਸ ਨੇ, ਉਹਦੀ ਉਹਨਾਂ ਨੇ ਪਰਖ ਕੀਤੀ ਕਿ ਅਸੀਂ ਸਟੇਟਸ ਦੀਆਂ ਜਿਹੜੀਆਂ ਮਾਰਸ਼ਲ ਆਰਟਸ ਗੇਮ ਨੇ ਉਹਨਾਂ ਨੂੰ ਦੇਖੀਏ ਕਿ ਕਿਹੜਾ ਸਟੇਟ ਕੋ ਕੀ ਹੈਗਾ ਤੇ ਉਹ ਕੀ ਡਿਜ਼ਰਵ ਕਰਦਾ ਹੈ ਤੇ ਉਹਨੂੰ ਅਸੀਂ ਰੈਕੋਗਨਾਈਜ਼ ਕਰੀਏ। ਸਿੱਖਾਂ ਲਈ, ਪੰਜਾਬੀਆਂ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਿਰਫ ਇਹ 2 ਮਹੀਨੇ ਪਹਿਲਾਂ ਦੀ ਗੱਲ ਹੈਗੀ ਹੈ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਨੇ ਮਾਰਸ਼ਲ ਆਰਟ ਗੇਮ ਗੱਤਕਾ ਨੂੰ ਜਿਹੜਾ ਰੈਕੋਗਨਾਈਜ਼ ਕੀਤਾ ਔਰ ਇਹਨੂੰ ਅਡਾਪਟ ਕੀਤਾ। ਔਰ ਸਾਡੇ ਲਈ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ, ਪਾਤਸ਼ਾਹ ਦੀ ਰਹਿਮਤ ਸਦਕਾ ਬੜੇ ਭਾਗਾਂ ਵਾਲੀ ਗੱਲ ਹੈ ਕਿ ਜਿਹੜਾ ਗੱਤਕਾ IGMA ਦਾ ਜਿਹੜਾ ਪਹਿਲਾ ਸੈਂਟਰ ਹੈ ਪੂਰੀ ਦੁਨੀਆ ਦਾ ਸਪੋਰਟਸ ਅਥਾਰਟੀ ਆਫ ਇੰਡੀਆ ਦਾ, ਉਹ ਇੰਟਰਨੈਸ਼ਨਲ ਫਤਿਹ ਅਕੈਡਮੀ ਨੂੰ ਚੁਣਿਆ ਗਿਆ। ਕਿਉਂਕਿ ਅਸੀਂ ਇਹਦੇ ਤੇ ਬਹੁਤ ਕੰਮ ਕੀਤਾ ਹੈ ਔਰ ਅਸੀਂ ਇਹਦੇ ਤੇ ਪਿਛਲੇ 4-5 ਸਾਲ ਤੋਂ ਇਸੇ ਤਰ੍ਹਾਂ ਡੇ ਨਾਈਟ ਸਾਡੀ ਇਹੀ ਸੋਚ ਸੀ ਕਿ ਅਸੀਂ ਗੱਤਕਾ ਜੋ ਸਾਡੀ ਆਪਣੀ ਮਾਰਸ਼ਲ ਆਰਟ ਗੇਮ ਹੈ ਇਹਨੂੰ ਪੂਰੀ ਦੁਨੀਆ 'ਚ ਕਿੱਦਾਂ ਪਹੁੰਚਾ ਸਕਦੇ ਹਾਂ। ਅਸੀਂ ਸਿਰਫ ਆਪ ਹੀ ਨਾ ਖੇਲੀਏ, ਅਸੀਂ ਇਹਨੂੰ ਤਾਇਕਵਾਂਡੋ ਤੇ ਕਰਾਟੇ ਜਿੱਦਾਂ ਹੋਰ ਗੇਮਾਂ ਸਾਡੇ ਘਰ 'ਚ ਆ ਗਈਆਂ ਨੇ, ਅੱਜ ਸਾਡੇ ਬੱਚੇ ਖੇਲਦੇ ਨੇ, ਇਸੇ ਤਰ੍ਹਾਂ ਅਸੀਂ ਇਹਨਾਂ ਨੂੰ ਵੀ ਉਹਨਾਂ ਕੰਟਰੀਆਂ ਤੱਕ ਪਹੁੰਚਾ ਦਈਏ ਔਰ ਜਿੱਥੇ ਵੀ ਇਹ ਗੇਮ ਜਾਏਗੀ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਿਆਰ ਸਤਿਕਾਰ ਤੇ ਨਾਲ ਸਾਡਾ ਸਿੱਖੀ ਦਾ ਪ੍ਰਚਾਰ ਵੀ ਉੱਥੇ ਪਹੁੰਚੇਗਾ। ਸੋ ਇਸ ਤਰੀਕੇ ਨਾਲ ਇਹ ਜਿਹੜਾ ਹੈ ਗੱਤਕੇ ਦਾ ਸਾਨੂੰ ਮਾਣ ਮਿਲਿਆ ਪਾਤਸ਼ਾਹ ਦੀ ਬਖਸ਼ਿਸ਼ ਸਦਕਾ, ਇਹ ਬਹੁਤ ਵੱਡਾ ਹੈ। ਹੁਣ ਜੋ ਅਸੀਂ ਕੰਮ ਕਰਦੇ ਪਏ ਇਹਦੇ ਉੱਤੇ ਉਹ ਇਹ ਕਰਦੇ ਪਏ ਆ ਕਿ ਅਸੀਂ ਇਹਦਾ ਇੱਕ ਇੱਦਾਂ ਦਾ ਬੇਸ ਤਿਆਰ ਕਰ ਦੇਣਾ, ਸਪੋਰਟਸ ਅਥਾਰਟੀ ਆਫ ਇੰਡੀਆ ਨੂੰ ਤਿਆਰ ਕਰਕੇ ਦੇਣਾ ਕੁਰੀਕੁਲਮ, ਕਿ ਜਿਹਦੀ ਟੈਕਨੀਕਲ ਇਹਦੀ ਸਪੈਸੀਫਿਕੇਸ਼ਨਸ ਨੇ ਉਹ ਸਾਰੀਆਂ ਸੈਟਲ ਕਰਕੇ ਦੇਵਾਂਗੇ ਤਾਂ ਜੋ ਦੁਨੀਆ 'ਚ ਕਿਤੇ ਵੀ ਗੇਮ ਖੇਲੀ ਜਾਏਗੀ ਤੇ ਉਹ ਰੂਲਸ ਐਂਡ ਰੈਗੂਲੇਸ਼ਨਸ ਦੇ ਮੁਤਾਬਕ ਖੇਲੀ ਜਾਏਗੀ। ਔਰ ਇਹ ਗੇਮ ਹੌਲੀ ਹੌਲੀ ਅਸੀਂ ਜੋ ਸਾਡਾ ਵੈਸੇ ਨਿਸ਼ਚਾ ਵੀ ਇਹੀ ਹੈ ਕਿ ਸਾਡਾ ਟੀਚਾ ਇਹ ਹੈ ਕਿ ਅਸੀਂ ਇਹਨੂੰ 올림픽ਸ ਤੱਕ ਲੈ ਕੇ ਜਾਣਾ ਹੈ। ਗੁਰੂ ਸਾਹਿਬ ਕਿਰਪਾ ਸਦਕਾ ਤੁਸੀਂ ਆਪਣੀ ਇਹਨਾਂ ਸੋਚਾਂ 'ਚ ਕਾਮਯਾਬ ਹੋ, ਪਰ ਤੁਹਾਡੇ ਉਪਰਾਲੇ ਜਿਹੜੇ ਆਪਾਂ ਸੰਗਤਾਂ ਨੂੰ ਵੀ ਦਿਖਾਣੇ, ਆਪਾਂ ਆਪ ਵੀ ਦੇਖਦੇ ਹਾਂ। ਭਾਈ ਸਾਹਿਬ ਜੀ, ਬਹੁਤ ਆਨੰਦ ਆਇਆ, ਤੁਹਾਡੇ ਸੋਹਣੇ ਉਪਰਾਲੇ ਨੇ, ਗੁਰੂ ਮਹਾਰਾਜ ਮਿਹਰਾਂ ਕਰੀ ਰੱਖਣ।
ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕਰ ਰਹੇ ਹੋ ਖੇਡਾਂ ਵਾਸਤੇ, ਬੱਚਿਆਂ ਵਾਸਤੇ? ਜੀ ਬਿਲਕੁਲ, ਜਿਸ ਤਰੀਕੇ ਨਾਲ ਅੱਜ ਪੰਜਾਬ ਦਾ ਮਾਹੌਲ ਬਣਿਆ ਹੋਇਆ ਹੈ ਜੀ ਕਿ ਸਾਡੇ ਪੰਜਾਬੀਆਂ ਦੇ ਉੱਤੇ ਇੱਕ ਦਾਗ ਲੱਗ ਚੁੱਕਾ ਹੈ ਕਿ ਨਸ਼ਿਆਂ ਦੇ ਵਪਾਰੀ ਤੇ ਸੁਦਾਗਰ ਬਣੇ ਹੋਏ ਹਾਂ ਅਸੀਂ। ਉਸ ਕਾਰਜ ਦੇ ਚੋਂ ਪੰਜਾਬ ਅੱਜ ਨਿਕਲ ਸਕਦਾ ਹੈ ਤੇ ਉਹਦਾ ਇੱਕੋ ਇੱਕ ਹੱਲ ਹੈ ਕਿ ਸਾਡੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਪ੍ਰੋਗਰਾਮ ਦਿੱਤਾ ਜਾਵੇ ਕਿ ਬੱਚਾ ਜਿਹੜਾ ਹੈ ਘਰ ਦੇ ਵਿੱਚ ਸਕੂਲ ਦਾ ਬਸਤਾ ਰੱਖਣ ਤੋਂ ਬਾਅਦ ਵਿਹਲਾ ਨਹੀਂ ਚਾਹੀਦਾ। ਉਹਦੀ ਜਿਹੜੀ ਬਾਡੀ ਹੈ ਉਹਨੂੰ ਤੰਦਰੁਸਤ ਕਰਾਂਗੇ, ਉਹਨੂੰ ਪ੍ਰੋਗਰਾਮ ਦੇਵਾਂਗੇ ਦੈਟ ਇਜ਼ ਸਪੋਰਟਸ ਐਂਡ ਉਹ ਸਪੋਰਟਸ ਚਾਲੂ ਹੋਣਗੀਆਂ ਸਕੂਲ ਤੋਂ। ਜੇ ਸਾਰੇ ਸਕੂਲ ਜਿਹੜੇ ਨੇ ਇਨੀਸ਼ੀਏਟਿਵ ਲੈਣ ਕੇ ਚੰਗੀਆਂ ਗੇਮਸ ਜਿਹੜੀਆਂ ਨੇ ਉਹਨਾਂ ਵਾਸਤੇ ਸਕੂਲ ਜਿਹੜਾ ਘੱਟੋ ਘੱਟ ਕੋ 1.5-2 ਕਿੱਲੇ ਜ਼ਮੀਨ ਐਕਸਟਰਾ ਜ਼ਰੂਰ ਚਾਹੀਦੀ ਹੈ ਜਿਹਦੇ ਵਿੱਚ ਉਹ ਗੇਮਸ ਖਿਲਾ ਸਕਣ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਵੀ ਇਹ ਇਨੀਸ਼ੀਏਟਿਵ ਲਿਆ। ਸਾਡੇ ਕੋਲ 8 ਏਕੜ ਦਾ ਜਿਹੜਾ ਕੈਂਪਸ ਹੈ ਜਿਹਦੇ ਅਸੀਂ, ਔਰ ਇਹਦਾ ਮੇਨ ਐਡਾ ਵੱਡਾ ਕੈਂਪਸ ਬਣਾਉਣ ਦਾ ਇਹੋ ਹੀ ਸੀ ਕਿ ਜੋ ਗੁਰੂ ਸਾਹਿਬ ਦਾ ਸਿਧਾਂਤ ਹੈ ਕਿ ਨਾਮ ਸਿਮਰਨ ਬੰਦਗੀ ਦੇ ਨਾਲ ਨਾਲ ਜਿਹੜੀ ਸਾਡੀ ਸਰੀਰਕ ਵਰਜਿਸ਼ ਹੈ ਔਰ ਸਪੋਰਟਸ ਨੇ ਇਹਨਾਂ ਨੂੰ ਨਾਲ ਬੈਲੈਂਸਡ ਕਰਕੇ ਚੱਲਣਾ। ਸੋ ਉਸ ਤਰੀਕੇ ਦੇ ਨਾਲ ਅਸੀਂ ਸਾਰੀਆਂ ਸਪੋਰਟਸ ਇਹਦੇ ਵਿੱਚ ਜਿਹੜੀਆਂ ਨੇ ਅਡਾਪਟ ਕੀਤੀਆਂ ਹੋਈਆਂ ਨੇ, ਟੋਟਲ ਸਪੋਰਟਸ। ਪਰ ਮੈਂ ਕ੍ਰਿਕਟ ਨਹੀਂ ਰੱਖੀ ਇੱਕ ਸਿਰਫ, ਕਿਉਂਕਿ ਉਹ ਟਾਈਮ ਬਹੁਤ ਚਾਹੀਦਾ ਉਹਦੇ ਵਾਸਤੇ। ਮੈਂ ਉਹਦੇ ਖਿਲਾਫ ਨਹੀਂ ਹੈ, ਬਟ ਸਾਡੇ ਕੋਲ ਅਸੀਂ ਦੇਖਿਆ ਕਿ ਕ੍ਰਿਕਟ ਹਰ ਬੱਚਾ ਸ਼ਾਮ ਨੂੰ ਜਾ ਕੇ ਖੇਲ ਲੈਂਦਾ ਹੈ। ਬਾਸਕਟਬਾਲ ਹੈ, ਹਾਕੀ ਹੈ, ਸਾਡੀ ਪੰਜਾਬ ਦੀ ਇੱਕ ਬੜੀ ਨੈਸ਼ਨਲ ਗੇਮ ਹੈ, ਸਾਡੀ ਸਟੇਟ ਦੀ ਗੇਮ ਹੈਗੀ ਹੈ ਹਾਕੀ। ਉਸ ਤੋਂ ਬਾਅਦ ਜਿਹੜੀਆਂ ਬਾਕੀ ਵੀ ਟੋਟਲ ਗੇਮਸ ਨੇ, ਸਕੇਟਿੰਗ ਤੱਕ ਅਸੀਂ ਸਾਰੀਆਂ ਗੇਮਸ ਲਈਆਂ ਨੇ। ਔਰ ਇਹਨਾਂ ਸਾਰੀਆਂ ਦੇ ਵਿੱਚ ਅਸੀਂ ਬੜੇ ਪ੍ਰੋਫੈਸ਼ਨਲ ਕੋਚ ਰੱਖੇ ਨੇ। ਇਹ ਕੋਈ ਸ਼ੋਸ਼ਾਬਾਜੀ ਨਹੀਂ ਕਿ ਆਇਆ ਕੋਚ ਔਰ ਘੰਟੇ 2 ਘੰਟੇ ਕਰਾ ਕੇ ਚਲੇ ਗਿਆ। ਅਸੀਂ ਆਊਟਪੁੱਟ ਲੈਂਦੇ ਹਾਂ ਉਹਨਾਂ ਦੀ ਪ੍ਰੋਪਰ। ਜੇ ਕੋਈ ਕੋਚ ਆਊਟਪੁੱਟ ਨਹੀਂ ਦਿੰਦਾ ਤੇ ਅਸੀਂ ਉਹਦੀ ਜਿਹੜੀ ਹੈ ਛੁੱਟੀ ਕਰ ਦਿੰਦੇ ਹਾਂ, ਤਾਂ ਜੋ ਬੱਚੇ ਦੇ ਉੱਤੇ ਕੋਈ ਇਦਾਂ ਦਾ ਨਾ ਰਵੇ ਕਿ ਜਸਟ ਇੰਟਰਟੇਨਿੰਗ ਨਾ ਸਿਸਟਮ ਰਵੇ। ਉਹ ਬੱਚਾ ਉਹਨੂੰ ਸਪੋਰਟਸ ਲੈ ਕੇ ਉਹਦੇ ਨਾਲ ਆਪਣੇ ਪੂਰੇ ਸਿੱਖ ਕੌਮ ਦਾ ਸਾਡਾ ਨਾਮ ਰੋਸ਼ਨ ਕਰੇ ਬਾਹਰ ਨਿਕਲ ਕੇ। ਸੋ ਅਸੀਂ ਸਾਰੀਆਂ ਗੇਮਸ ਜਿਹੜੀਆਂ ਕਰਵਾਉਂਦੇ ਪਏ ਹਾਂ ਔਰ ਬੱਚਿਆਂ ਦੇ ਕੋਲ ਪ੍ਰੋਗਰਾਮਸ ਨੇ। ਜਿਹੜਾ ਬੱਚਾ ਗੇਮ ਦੇ ਨਾਲ ਜੁੜ ਗਿਆ ਇੱਕ ਵਾਰ, ਉਹ ਬੱਚੇ ਦੇ ਅਗਲੇ ਪਾਸੇ ਅਸੀਂ ਇਹਨਾਂ ਦੀਆਂ ਪੁੜੀਆਂ ਵੀ ਖੋਲ ਕੇ ਰੱਖ ਦਿਆਂਗੇ ਜ਼ਹਿਰ ਦੀਆਂ, ਤੇ ਤਾਂ ਵੀ ਬੱਚਾ ਹੱਥ ਨਹੀਂ ਲਗਾਏਗਾ, ਕਿਉਂਕਿ ਉਹ ਆਪਣੀ ਸਿਹਤ ਦਾ, ਆਪਣੀ ਗੇਮ ਦਾ ਔਰ ਆਪਣੇ ਗੁਰੂ ਦਾ ਖਿਆਲ ਰੱਖੇਗਾ। ਬਿਲਕੁਲ ਬਿਲਕੁਲ। ਅੱਛਾ, ਹੁਣ ਆਪਾਂ ਕੁਝ ਗੱਲਬਾਤ ਕਰੀਏ ਤੁਹਾਡੇ ਨਿੱਜੀ ਜੀਵਨ ਤੇ। ਇਹ ਸੀ ਉਹ ਉਪਰਾਲੇ ਜਿਹੜੇ ਮਹਾਰਾਜ ਤੁਹਾਡੇ ਕੋਲ ਸੇਵਾ ਲੈ ਰਿਹਾ। ਤੇ ਜਦੋਂ ਤੁਸੀਂ ਕੈਨੇਡਾ ਤੋਂ, ਜਿਵੇਂ ਤੁਸੀਂ ਦੱਸਿਆ, ਘਰ ਵੇਚ ਕੇ ਤੁਰੇ ਵੀ ਮੈਂ ਕੁਝ ਕਰਨਾ ਆ, ਤੇ ਜ਼ਰੂਰ ਸੱਜਣ ਮਿੱਤਰ ਰਿਸ਼ਤੇਦਾਰ ਕਹਿੰਦੇ ਹੋਣਗੇ ਵੀ ਇਹ ਕੀ ਕਰਨ ਲੱਗੇ ਹੋ? ਬਿਲਕੁਲ ਜੀ, ਇਹ ਬਹੁਤ ਵੱਡਾ ਕੁਐਸਚਨ ਤੁਸੀਂ ਕੀਤਾ। ਇਹਦੇ ਵਿੱਚ ਇੱਕ ਮੇਰਾ ਪਰਿਵਾਰ, ਮੇਰੀ ਸਿੰਘਣੀ ਔਰ ਮੇਰੇ ਬੱਚਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਜੀ ਅੱਜ ਮੈਂ ਉਹ ਦਿਨ ਯਾਦ ਕਰਾਂ ਜਦ ਅਸੀਂ ਚਾਲੂ ਕਰਨ ਲੱਗੇ ਸੀ ਤਾਂ ਸਾਨੂੰ ਕਈਆਂ ਨੇ ਬੇਵਕੂਫ ਵੀ ਕਿਹਾ ਸੀ ਕਿ ਇਹ ਉੱਜੜ ਜਾਣਗੇ। ਔਰ ਮੈਂ ਆਪਣੀ ਸਿੰਘਣੀ ਨੂੰ ਵੈਸੇ ਪ੍ਰਪੇਅਰ ਕਰਕੇ ਲੈ ਕੇ ਆਇਆ ਸੀ ਨਾਲ ਕਿ ਦੁਨੀਆ ਜਿਹੜੀ ਹੈ ਉਹ ਆਪਣੇ ਐਂਟਰਟੇਨਮੈਂਟ ਲਈ ਜੂਆ ਖੇਲਦੀ ਹੈ, ਅਸੀਂ ਪੰਥ ਲਈ ਖੇਡਣਾ। ਮੈਂ ਪ੍ਰੋਫੈਸ਼ਨਲ ਹਾਂ, ਇੰਜੀਨੀਅਰ ਹਾਂ, ਔਰ ਮੈਂ ਕੰਪਿਊਟਰ ਪ੍ਰੋਗਰਾਮਿੰਗ ਕਰਦਾ ਸੀਗਾ CNC ਮਸ਼ੀਨਸ ਦੀ। ਉੱਥੇ ਮੇਰੀ ਅੱਛੀ ਜੌਬ ਸੀ ਔਰ ਬਿਜ਼ਨਸ ਵੀ ਸੀਗਾ। ਤੇ ਮੈਂ ਆਪਣੀ ਸਿੰਘਣੀ ਨੂੰ ਇਹੀ ਗੱਲ ਕਹੀ ਸੀ ਕਿ ਜੇ ਅਸੀਂ ਉੱਜੜ ਗਏ, ਸਭ ਕੁਝ ਲੂਜ਼ ਕਰ ਲਿਆ, ਦੈਟਸ ਓਕੇ, ਕਿਉਂਕਿ ਉਹਨਾਂ ਦੀ ਵੀ ਗਵਰਨਮੈਂਟ ਜੌਬ ਸੀ, ਉੱਥੇ ਪੀਲ ਸਕੂਲ ਡਿਸਟ੍ਰਿਕਟ ਐਜੂਕੇਸ਼ਨ ਬੋਰਡ ਨਾਲ ਕੰਮ ਕਰਦੇ ਸੀ। ਤੇ ਅਸੀਂ ਦੁਬਾਰਾ ਉਸੇ ਸਕ੍ਰੈਚ ਤੋਂ ਚਾਲੂ ਕਰ ਲਾਂਗੇ ਜਿੱਥੋਂ ਅਸੀਂ 10-12 ਸਾਲ ਪਹਿਲਾਂ ਕੀਤਾ ਸੀ। ਤਾਂ ਸਾਨੂੰ ਉਹ ਹੌਸਲਾ ਸੀ ਕਿ ਅਸੀਂ ਵਾਪਸ ਕੈਨੇਡਾ ਚਲੇ ਜਾਵਾਂਗੇ ਔਰ ਦੁਬਾਰਾ ਉਸੇ ਸਕ੍ਰੈਚ ਤੋਂ ਚਾਲੂ ਕਰ ਲਵਾਂਗੇ। ਪਰ ਇਹ ਗੱਲ ਠੀਕ ਹੈ ਕਿ ਬਹੁਤ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਹਦੇ 'ਚ ਪਰਿਵਾਰਕ ਦੋਸਤਾਂ ਮਿੱਤਰਾਂ ਨੇ ਸਾਨੂੰ ਇੱਥੋਂ ਤੱਕ ਵੀ ਕਈ ਵਾਰੀ ਹੋ ਗਿਆ ਜਦ ਔਖਾ ਟਾਈਮ ਆਇਆ ਤਾਂ ਲੋਕਾਂ ਨੇ ਇਗਨੋਰ ਕਰਨਾ ਵੀ ਚਾਲੂ ਕੀਤਾ ਕਿ ਸਾਡੇ ਕੋਲ ਕਿਤੇ ਪੈਸੇ ਨਾ ਮੰਗ ਲੈਣ। ਇੱਦਾਂ ਦਾ ਸਮਾਂ ਵੀ ਆਇਆ ਸਾਡੇ ਤੇ। ਬਟ ਅਸੀਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਤੱਕ ਕਿਸੇ ਬੇਗੁਰਮੁਖੀ ਕੋਲੋਂ, ਮੈਨੂੰ ਉਹ ਦਿਨ ਯਾਦ ਹੈ ਕਿ ਮੈਂ ਇਟਲੀ ਗਿਆ ਹੋਇਆ ਸੀਗਾ ਤੇ ਗੁਰਦੁਆਰਾ ਸਾਹਿਬ ਰਿਜੋ ਮਿਲੀ ਆ। ਮੈਂ ਕਹਿ ਕੇ ਆਪਣੇ ਬਾਰੇ ਦੱਸ ਕੇ ਕਿ ਕੀ ਸਾਡਾ ਸੋਚ ਹੈ ਔਰ ਕੀ ਅਸੀਂ ਕਰਦੇ ਪਏ ਹਾਂ, ਤਾਂ ਅਸੀਂ ਸਾਡੇ ਕੋਲ ਜੋ ਤੁਸੀਂ ਬੱਚੇ ਆਪਣੇ ਭੇਜੋ, ਤਾਂ ਜੋ ਸਾਨੂੰ ਐਡਮਿਸ਼ਨਸ ਦੀ ਲੋੜ ਸੀ ਉਸ ਟਾਈਮ ਤੇ। ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਕੋਲ ਲਿਮਟਿਡ ਸੀਟਸ ਨੇ ਔਰ ਲਿਮਟਿਡ ਸੀਟਸ ਆਪਣੇ ਆਪ ਫਿਲ ਹੋ ਜਾਂਦੀਆਂ ਨੇ ਇੱਕ ਪ੍ਰੋਸੈਸ ਦੇ ਥਰੂ। ਸੋ ਉਸ ਟਾਈਮ ਤੇ ਮੇਰੇ ਕੋਲ 40 ਯੂਰੋ ਜੇਬ ਦੇ ਵਿੱਚ ਸੀਗੇ ਔਰ 60 ਯੂਰੋ ਦੀ ਟਿਕਟ ਆਣੀ ਸੀ ਮੇਰੀ ਇਟਲੀ ਤੋਂ ਜਰਮਨੀ ਤੱਕ। ਇੱਕ ਉਹ ਰਿਆਨ ਏਅਰ ਉੱਥੇ ਚੱਲਦੀ ਹੈ, ਛੋਟੀ, ਉਹਦੀ ਸਸਤੀ ਟਿਕਟ ਹੁੰਦੀ ਬਹੁਤ। ਤਾਂ ਮੈਂ ਇਟਲੀ ਤੋਂ ਜਰਮਨੀ ਜਾਣਾ ਸੀ। ਜਰਮਨੀ ਮੇਰੇ ਚਾਚਾ ਜੀ ਸੀ, ਉਹਨਾਂ ਨੇ ਮੈਨੂੰ ਅੱਗੇ ਫਿਰ ਇੰਡੀਆ ਭੇਜਣਾ ਸੀਗਾ ਵਾਪਸ। ਤਾਂ ਮੇਰੇ ਕੋਲ 40 ਯੂਰੋ ਸੀਗੇ ਤੇ 20 ਯੂਰੋ ਮੈਨੂੰ ਹੋਰ ਚਾਹੀਦੇ ਸੀ ਟਿਕਟ ਵਾਸਤੇ। ਤਾਂ
ਮੈਂ ਨੀਚੇ ਜਦ ਆਇਆ ਲੰਗਰ ਹਾਲ ਦੇ ਵਿੱਚ ਤਾਂ ਮੈਨੂੰ ਇੱਕ ਸਿੰਘ ਮਿਲੇ, ਉਹਨਾਂ ਨੇ 500 ਯੂਰੋ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਮੇਰੇ ਨਾਲ ਸੇਵਾ ਪਾ ਲਓ। ਫਿਰ ਉਹਨਾਂ ਨੂੰ ਦੱਸਿਆ ਕਿ ਮੈਂ ਡੋਨੇਸ਼ਨ ਨਹੀਂ ਲੈਂਦੇ ਅਸੀਂ, ਅੱਛਾ, ਔਰ ਜੇ 1 ਰੁਪਿਆ ਵੀ ਮੇਰੀ ਜੇਬ 'ਚ ਇਦਾਂ ਦਾ ਪੈ ਗਿਆ ਤਾਂ ਸ਼ਾਇਦ ਮੇਰਾ ਟੋਟਲ ਮਿਸ਼ਨ ਜਿਹੜਾ ਖਤਮ ਹੋ ਜਾਏਗਾ। ਵਾਹ, ਜਿਸ ਲੈਵਲ ਨਾਲ ਜੇ ਸੋਚ ਨਾਲ ਅਸੀਂ ਤੁਰੇ ਹਾਂ। ਤਾਂ ਉਹਨਾਂ ਨੂੰ ਮੈਂ ਕਿਹਾ ਕਿ ਭਾਜੀ ਸਾਹਿਬ ਮੈਨੂੰ ਵੈਸੇ ਟਿਕਟ 'ਚ 20 ਯੂਰੋ ਮੇਰੇ ਘੱਟ ਬਣਦੇ ਪਏ ਆ, ਤੁਸੀਂ ਮੈਨੂੰ 20 ਯੂਰੋ ਜਿਹੜੀ ਹੈ ਉਹ ਦੇ ਦਿਓ ਉਧਾਰੇ ਤੇ ਮੈਂ ਤੁਹਾਨੂੰ ਵਾਪਿਸ ਕਰ ਦਾਂਗਾ। ਉਹ ਹੱਸਣ ਲੱਗ ਪਏ, ਕਹਿੰਦੇ ਵੀ ਨਹੀਂ ਇਦਾਂ ਹੋ ਨਹੀਂ ਸਕਦਾ। ਅੱਛਾ, ਉਹਨਾਂ ਨੇ ਹੱਸ ਕੇ ਗੱਲ ਨੂੰ ਟਾਲ ਦਿੱਤਾ ਕਿ ਸ਼ਾਇਦ ਮੈਂ ਮਖੌਲ ਕਰ ਰਿਹਾ, ਪਰ ਇਹ ਸਮਾਂ ਆਇਆ ਸੀ ਸਾਡੇ ਤੇ। ਅੱਛਾ, ਇਸ ਤਰੀਕੇ ਨਾਲ ਅਸੀਂ ਟਾਈਮ ਕੱਢਿਆ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਪਾਤਸ਼ਾਹ ਦੀ ਰਹਿਮਤ ਸਦਕਾ ਅਸੀਂ ਦੂਜੀ ਬ੍ਰਾਂਚ ਦੀ ਕੰਮ ਕਰ ਰਹੇ ਹਾਂ ਔਰ ਤੀਜੀ ਬ੍ਰਾਂਚ ਦਾ ਵੀ ਨਾਲ ਸੋਚ ਰਹੇ ਹਾਂ। ਔਰ ਸਾਡਾ ਬਹੁਤ ਹਾਇਰ ਐਜੂਕੇਸ਼ਨ ਦਾ ਪਲਾਨ ਹੈ ਕਿ ਅਸੀਂ ਇੱਕ ਸਿੱਖ ਕੌਮ ਦੀ, ਸਿੱਖ ਪੰਥ ਦੀ ਐਸੀ ਯੂਨੀਵਰਸਿਟੀ ਤਿਆਰ ਕਰਨੀ ਹੈ ਜਿਹੜੀ ਯੂਨੀਵਰਸਿਟੀ ਦੁਨੀਆ ਦੀਆਂ ਯੂਨੀਵਰਸਿਟੀ ਹਾਰਵਰਡ ਨੂੰ ਤੇ ਬਾਹਰ ਦੀਆਂ ਕੈਂਬਰਿਜ ਤੱਕ ਦਾ ਜਿਹੜਾ ਲੈਵਲ ਆ ਉਹ ਮੇਨਟੇਨ ਕਰਕੇ ਦੇਵਾਂਗੇ। ਗੁਰੂ ਮਹਾਰਾਜ ਕਿਰਪਾ ਕਰਨ ਜੀ। ਤੁਹਾਡੀ ਜਿਹੜੀ ਸੋਚ ਹੈ ਉਹ ਮਹਾਰਾਜ ਕਰਵਾ ਵੀ ਰਹੇ ਨੇ, ਤੁਸੀਂ ਕਾਫੀ ਉਹ ਤੇ ਪੂਰੇ ਉਤਰ ਗਏ। ਮਹਾਰਾਜ ਆਪ ਖਲੋ ਕੇ ਸਾਰਾ ਕੁਝ ਤੁਹਾਡੇ ਕੋਲ ਕਰਾ ਰਹੇ ਨੇ। ਅੱਜ ਤੱਕ ਦਾ ਭਰੋਸਾ ਹੈ ਕਿ ਸਿੱਖ ਨੇ ਅੱਜ ਤੱਕ ਗੁਰੂ ਕੋ ਮੰਗਿਆ ਕੁਛ ਨਹੀਂ ਹੈ। ਜੀ ਜੀ, ਸਿੱਖ ਮੰਗ ਲਵੇ ਤਾਂ ਗੁਰੂ ਇੰਨੇ ਬੇਅੰਤ ਨੇ ਕਿਉਂਕਿ ਹੱਥ ਤੇ ਰੱਖ ਦਿੰਦੇ ਮੰਗਣ ਤੋਂ ਪਹਿਲਾਂ। ਜੀ ਜੀ, ਅਸੀਂ ਉਹਨਾਂ ਕੋ ਮੰਗਾਂਗੇ ਤੇ ਉਹ ਸਾਨੂੰ ਹਰ ਬਖਸ਼ਿਸ਼ ਕਰਨਗੇ, ਪਰ ਓਨਲੀ ਇੱਕੋ ਚੀਜ਼ ਹੈ ਕਿ ਅਸੀਂ ਸੀਸ ਆਪਣਾ ਉਹਨਾਂ ਅੱਗੇ ਝੁਕਾਈ ਰੱਖੀਏ, ਜੋ ਉਹਨਾਂ ਦਾ ਹੁਕਮ ਹੈ ਉਹਦੇ ਮੁਤਾਬਕ ਚੱਲਾਂਗੇ ਤਾਂ ਗੁਰੂ ਸਾਨੂੰ ਕਦੀ ਵੀ ਕਿਤੇ ਝੁਕਣ ਨਹੀਂ ਦੇਣਗੇ। ਤੇ ਪਰਿਵਾਰ ਵਿੱਚ ਕੌਣ ਕੌਣ ਨੇ? ਪਰਿਵਾਰ 'ਚ ਮੇਰੇ ਮਿਸਜ ਔਰ ਉਹਨਾਂ ਦੇ ਸਾਡੇ 3 ਬੱਚੇ, 2 ਬੇਟੀਆਂ 1 ਬੇਟਾ ਹੈ। ਅੱਛਾ, ਔਰ ਮੇਰੇ ਮਾਤਾ ਪਿਤਾ ਬਹੁਤ ਹੀ ਇੱਕ ਗੁਰਸਿੱਖ ਜਿਨ੍ਹਾਂ ਦੀ ਗੁੜਤੀ ਨਾਲ ਹੀ ਅੱਜ ਦਾਸ ਤੁਹਾਡੇ ਸਾਹਮਣੇ ਬੈਠਾ ਹੋਇਆ। ਜੀ ਜੀ, ਮੇਰਾ ਪਿੰਡ ਅਗਰ ਮੈਂ ਸੰਗਤਾਂ ਨੂੰ ਦੱਸਾਂ ਤਾਂ ਬਿਲਕੁਲ ਬਾਰਡਰ ਦੇ ਕੰਢੇ ਤੇ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਹਿਸੀਲ ਅਜਨਾਲਾ 'ਚ ਬਿਲਕੁਲ ਬਾਰਡਰ ਦੇ ਕੰਢੇ ਤੇ, ਰਾਵੀ ਦਰਿਆ ਦੇ ਕੰਢੇ ਦੇ ਉੱਤੇ ਛੋਟਾ ਪਿੰਡ ਹੈ। 700 ਉਹਦੀ ਸਾਰੀ ਸਾਡੀ ਵਸੋਂ ਆ ਪਿੰਡ ਦੀ, ਨੰਗਲ ਸੋਲ ਪਿੰਡ ਹੈ। ਜੀ ਜੀ, ਔਰ ਉਸ ਪਿੰਡ 'ਚ ਮੇਰਾ ਜਨਮ ਹੋਇਆ। ਮੇਰੇ ਮਾਤਾ ਪਿਤਾ ਬਹੁਤ ਹੀ ਗੁਰੂ ਘਰ ਨੂੰ ਮੰਨਣ ਵਾਲੇ ਸੀ, ਮੇਰੇ ਦਾਦਾ ਜੀ ਵੀ ਬਹੁਤ ਗੁਰੂ ਘਰ ਨੂੰ ਮੰਨਣ ਵਾਲੇ ਸੀ ਜੀ। ਔਰ ਉੱਥੋਂ ਮੈਂ ਪੜ੍ਹ ਕੇ ਅੱਗੇ ਮੇਰੇ ਪਿਤਾ ਜੀ ਬਹੁਤ ਹੀ ਇੱਕ ਸੋਸ਼ਲ ਵਰਕਰ ਸੀ। ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ 'ਚ ਸਭ ਤੋਂ ਪਹਿਲ ਉਹਨਾਂ ਨੇ ਕਦਮੀ ਕੀਤੀ ਸੀ ਉਸ ਏਰੀਏ 'ਚ, ਜਦ ਪ੍ਰਚਾਰ ਨਹੀਂ ਸੀ, ਪ੍ਰਚਾਰ ਦੇ ਸਾਧਨ ਬਣਾਏ। ਔਰ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਜੀ ਨਾਲ ਵੀ ਸਾਡਾ ਰਾਬਤਾ ਇਦਾਂ ਹੀ ਪੈਦਾ ਹੋਇਆ ਸੀ। ਸਾਡੇ ਪਿਤਾ ਜੀ ਨੇ ਉੱਥੇ ਕੀਰਤਨ ਦਰਬਾਰ ਕਰਵਾਇਆ ਪਹਿਲੀ ਵਾਰ 1997-98 'ਚ। ਉਦੋਂ ਤੋਂ ਬਾਅਦ ਫਿਰ ਸਾਡਾ ਹੌਲੀ ਹੌਲੀ ਵੀਰ ਜੀ ਨਾਲ ਵੀ ਪਿਆਰ ਬਣਿਆ। ਸੋ ਪਿਤਾ ਜੀ ਬਹੁਤ ਗੁਰੂ ਘਰ ਨਾਲ ਜੁੜੇ ਹੋਏ। ਅੱਜ ਮਾਤਾ ਪਿਤਾ ਦੋਨੇ ਕੈਨੇਡਾ 'ਚ ਰਹਿੰਦੇ ਨੇ ਤੇ ਅਸੀਂ ਸਾਰਾ ਪਰਿਵਾਰ ਇੱਥੇ ਰਹਿੰਦੇ ਹਾਂ। ਔਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਅਸੀਂ ਜੋ ਵੀ ਹੈ, ਮੇਰੇ ਦਾਦੇ ਦਾਦੀ ਦੀ ਭਗਤੀ ਬੰਦਗੀ, ਪਿਤਾ ਮਾਤਾ ਦੀ ਜੋ ਬੰਦਗੀ ਭਗਤੀ ਸੀ ਉਹਦਾ ਅਸੀਂ ਫਲ ਛਕ ਰਹੇ ਹਾਂ। ਜਿੰਨੀ ਤੁਹਾਡੀ ਸੇਵਾ ਇਹ ਤੇ ਤੁਹਾਡੇ ਬਜ਼ੁਰਗਾਂ ਦੀ ਵੀ ਕਮਾਈ ਆ, ਕਮਾਈ ਹੈ ਜੀ। ਬਿਲਕੁਲ, ਤੇ ਮਹਾਰਾਜ ਤਰੁੱਠੇ ਹੋਏ ਨੇ ਤੁਹਾਡੇ। ਮੈਂ ਹਰ ਵਕਤ ਇਹ ਗੱਲ ਕਹਿਣਾ ਕਿ ਜੋ ਵੀ ਅੱਜ ਹਾਂ ਇਹ ਸਾਡੇ ਕਦੇ ਵੀ ਕੋਈ ਅਜੇ ਇਦਾਂ ਦਾ ਕੰਮ ਅਸੀਂ ਨਹੀਂ ਕੀਤਾ, ਕੋਈ ਐਸੇ ਗੁਣ ਨਹੀਂ ਹੈਗੇ ਜਿਹਦੇ ਨਾਲ ਸਾਨੂੰ ਇਹ ਬਖਸ਼ਿਸ਼ਾਂ ਜੋ ਮਿਲ ਰਹੀਆਂ ਪੂਰੇ ਪੰਥ ਦੀਆਂ ਮਾਣ ਮਿਲ ਰਿਹਾ, ਇਹ ਸਾਡੇ ਮਾਤਾ ਪਿਤਾ ਦੀ ਬੰਦਗੀ ਕਰਕੇ ਹੀ ਅੱਜ ਅਸੀਂ ਕਮਾਈ ਕਰ ਰਹੇ ਹਾਂ। ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅੱਜ ਸੰਗਤਾਂ ਨੂੰ ਇੱਕ ਵੱਖਰੀ ਤਰ੍ਹਾਂ ਦਾ ਮੈਸੇਜ ਗਿਆ ਹੋਏਗਾ ਵੀ ਕੁਝ ਐਸੇ ਗੁਰਸਿੱਖ ਨੇ ਇੰਨੀ ਚਿੰਤਾ ਵੀ ਆਪਣੇ ਗੁਰੂ ਦੇ ਪਰਿਵਾਰ ਦੀ, ਵੀ ਆਪਣਾ ਘਰ ਵੇਚ ਕੇ ਵੀ ਇਹ ਸੋਚਣਾ ਵੀ ਗੁਰਸਿੱਖ ਬੱਚੇ ਬੱਚੀਆਂ ਚੰਗੇ ਮਕਾਮ ਤੇ ਪੁੱਜਣ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਨੂੰ ਬਹੁਤ ਚੰਗਾ ਲੱਗਾ। ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਆਏ ਮਿਲ ਗੁਰਸਿੱਖ, ਸੱਚੀ ਇਹੋ ਜਿਹੇ ਗੁਰਸਿੱਖਾਂ ਦੇ ਮੇਲ ਨੂੰ ਅਸੀਂ ਉਡੀਕਦੇ ਰਹਿੰਦੇ ਹਾਂ। ਮੈਂ ਅੰਤ ਵਿੱਚ ਫਤਿਹ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਪਾਤਸ਼ਾਹ ਰਹਿਮਤ ਕਰਨ, ਇਸ ਚੈਨਲ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਸੱਚੇ ਪਾਤਸ਼ਾਹ। ਕਿਉਂਕਿ ਜੋ ਇਸ ਕਾਰਜ ਨੂੰ ਕੀਤਾ ਹੈ, ਇਹ ਜੋ ਅੱਜ ਦਾ ਪ੍ਰੋਗਰਾਮ ਰੱਖਿਆ ਹੈ ਆਏ ਮਿਲ ਗੁਰਸਿੱਖ ਆਏ ਮਿਲ, ਇਹ ਸੋਚ ਵੀ ਤਾਂ ਹੀ ਹੋ ਸਕਦੀ ਹੈ ਜੇ ਇਹਦੇ ਪਿੱਛੇ ਕੋਈ ਮੈਨੇਜਮੈਂਟ ਦੀ ਇਹ ਸੋਚ ਹੋਵੇ ਕਿ ਇਹ ਅਸੀਂ ਜੋ ਸੰਗਤ ਤੱਕ ਆਵਾਜ਼ ਲੈ ਕੇ ਜਾਣੀ ਹੈ। ਤਾਂ ਮੈਂ ਫਤਿਹ ਚੈਨਲ ਨੂੰ ਇਸ ਚੀਜ਼ ਦੀ ਬਹੁਤ ਵਧਾਈ ਦਿੰਦਾ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨਾ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅਗਲੇ ਐਪੀਸੋਡ ਵਿੱਚ ਕਿਸੇ ਹੋਰ ਮਹਾਨ ਸ਼ਖਸੀਅਤ ਨਾਲ ਮਿਲਾਵਾਂਗਾ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।